ਸਵਾਗਤ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਗੱਲਾਂ ਤੇ ਗੀਤ। ਮੈਂ ਹਾਂ ਸ਼ੁਕਰਗੁਜ਼ਾਰ ਸਿੰਘ ਜੀ। ਦੋਸਤੋ ਅੱਜ 26 ਜੂਨ 2021। ਜੇ ਮੈਂ ਤਕਰੀਬਨ 3 ਦਹਾਕੇ ਪਿੱਛੇ ਚਲੇ ਜਾਵਾਂ ਤੇ ਤਰੀਕ ਹੈ 26 ਜੂਨ 1999। ਜੇ ਮੈਂ ਉਸ ਦਿਨ ਦੀ ਗੱਲ ਕਰਾਂ ਤਾਂ ਯੂਨਾਈਟਿਡ ਨੇਸ਼ਨ ਨੇ ਇੱਕ ਦਿਨ ਮਨਾਉਣਾ ਸ਼ੁਰੂ ਕੀਤਾ ਸੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਿ ਨਸ਼ੀਲੀ ਦਵਾਈਆਂ ਦੀ ਦੁਰਵਰਤੋਂ ਤੇ ਨਸ਼ੀਲੀ ਦਵਾਈਆਂ ਦਾ ਜੋ ਗੈਰ ਕਾਨੂੰਨੀ ਵਪਾਰ ਹੁੰਦਾ ਸੀ ਉਸ ਖਿਲਾਫ ਇਹ ਦਿਨ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਕੀ ਮੰਤਵ ਸੀ ਉਸ ਦਿਨ ਨੂੰ ਮਨਾਉਣ ਦਾ, ਕਿੰਨਾ ਕੁ ਦਿਨ ਕਾਰਗਰ ਸਾਬਤ ਹੋਇਆ, ਜਾਂ ਨਸ਼ਾ ਜੋ ਸਾਡੇ ਘਰਾਂ ਦੇ ਵਿੱਚ ਪਹੁੰਚਦਾ ਹੈ ਉਸ ਨਸ਼ੇ ਤੋਂ ਅਸੀਂ ਆਪਣਾ ਖਹਿੜਾ ਕਿੱਦਾਂ ਆਪਣਾ ਛੁਟਕਾਰਾ ਕਿੱਦਾਂ ਪਾ ਸਕਦੇ ਹਾਂ। ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਅੱਜ ਅਸੀਂ ਝਾਤ ਪਾਉਣੀ ਹੈ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ। ਤੇ ਅਸੀਂ ਗੱਲਬਾਤ ਕਰਨ ਲਈ ਉਚੇਚੇ ਤੌਰ ਤੇ ਡੀ ਐਡਿਕਸ਼ਨ ਸੈਂਟਰ ਜਲੰਧਰ ਤੋਂ ਜੋ ਕਿ ਓਨਰ ਨੇ ਡਾਕਟਰ ਮਨਜੀਤ ਸਿੰਘ ਸੈਣੀ ਜੀ, ਉਹਨਾਂ ਨੂੰ ਬੁਲਾਇਆ ਹੈ। ਉਹ ਗੱਲਬਾਤ ਕਰਨਗੇ ਨਸ਼ੀਲੀਆਂ ਦਵਾਈਆਂ ਦੇ ਦੁਰਵਰਤੋਂ ਦੀ, ਨਸ਼ੀਲੀਆਂ ਦਵਾਈਆਂ ਦੇ ਗੈਰ ਕਾਨੂੰਨੀ ਵਪਾਰ ਉੱਤੇ ਅਤੇ ਨਸ਼ੇ ਦੇ ਉੱਤੇ। ਬਹੁਤ ਬਹੁਤ ਸਵਾਗਤ ਹੈ ਸਰ। ਥੈਂਕ ਯੂ ਜੀ। ਸਰ ਸਾਡਾ ਜਿਸ ਤਰ੍ਹਾਂ ਅੱਜ ਦਾ ਦਿਨ ਹੈ 26 ਜੂਨ ਹੈ ਨਾ ਜੀ, ਇਹ ਇੰਟਰਨੈਸ਼ਨਲ ਡੇ ਮਨਾਇਆ ਜਾਂਦਾ ਹੈ ਅਗੇਂਸਟ ਡਰੱਗ ਅਬਿਊਜ਼ ਐਂਡ ਇਲਿਸਿਟ ਟ੍ਰੈਫਿਕਿੰਗ। ਜੇ ਮੈਂ ਇਸ ਬਾਰੇ ਜਾਣਨਾ ਚਾਹਾਂ ਕਿ ਇਸ ਦਾ ਕੀ ਇਤਿਹਾਸ ਹੈ, ਇਹ ਦਿਨ ਕਿਉਂ ਮਨਾਉਣਾ ਸ਼ੁਰੂ ਕੀਤਾ ਗਿਆ, ਕਿੰਨਾ ਕੁ ਦਿਨ ਕਾਰਗਰ ਸਾਬਤ ਹੋਇਆ, ਤਾਂ ਤੁਸੀਂ ਕੀ ਕਹੋਗੇ? ਹਾਂਜੀ, ਇਹ ਜਿਵੇਂ ਕਿ ਅਸੀਂ ਇਹਦਾ ਨਾਮ ਹੀ ਲਿਆ ਜੀ ਇੰਟਰਨੈਸ਼ਨਲ ਡੇ ਵੇ, ਇਹਦਾ ਮਤਲਬ ਹੈ ਕਿ ਸਾਰੀ ਦੁਨੀਆ ਦੇ ਵਿੱਚ ਇਹ ਦਿਨ ਮਨਾਇਆ ਜਾਂਦਾ ਵੇ 26 ਜੂਨ। ਇਹਦੇ ਵਿੱਚ ਅਸੀਂ ਜੇ ਇਹਨੂੰ ਸਪਲਿਟ ਕਰੀਏ ਤੇ ਦੋ ਪਾਰਟ ਹੈਗੇ ਵੇ। ਇਹ ਪਹਿਲਾ ਹੈਗਾ ਵੇ ਅਗੇਂਸਟ ਡਰੱਗ ਅਬਿਊਜ਼ ਜੀ। ਦੈਟ ਮੀਨਸ ਕਿ ਜਿਹੜੀਆਂ ਵੀ ਗੈਰ ਕਾਨੂੰਨੀ ਦਵਾਈਆਂ ਕਹਿ ਲਓ ਜਾਂ ਡਰੱਗਸ ਹੈਗੀਆਂ ਵੇ, ਉਹਨਾਂ ਦੇ ਜਿਹੜਾ ਇਸਤੇਮਾਲ ਹੈਗਾ ਵੇ, ਜਿਹੜਾ ਆਮ ਲੋਕ ਕਰਦੇ ਨੇ, ਉਹਨੂੰ ਰੋਕਣ ਵਾਸਤੇ ਇੱਕ ਅਸੀਂ ਜਾਗ੍ਰਿਤੀ ਪੈਦਾ ਕਰਨੀ ਹੈਗੀ ਹੈ ਤੇ ਲੋਕਾਂ ਨੂੰ ਰੋਕਣਾ ਵੇ ਤੇ ਸਮਝਾਉਣਾ ਵੇ ਕਿ ਇਹ ਚੀਜ਼ਾਂ ਜਿਹੜੀਆਂ ਵੇ ਇਹ ਤੁਹਾਡੇ ਸਰੀਰ ਵਾਸਤੇ, ਦਿਮਾਗ ਵਾਸਤੇ ਬਹੁਤ ਜ਼ਿਆਦਾ ਨੁਕਸਾਨਦਾਇਕ ਨੇ ਜੀ। ਬਿਲਕੁਲ। ਸੈਕਿੰਡ ਇਹਦਾ ਪਾਰਟ ਹੈਗਾ ਵੇ ਇਲਿਸਿਟ ਟ੍ਰੈਫਿਕਿੰਗ। ਇਹਦਾ ਮਤਲਬ ਹੈ ਕਿ ਜਿਹੜਾ ਅਸੀਂ ਇੱਕ ਸਿਟੀ ਤੋਂ ਦੂਜੇ ਸਿਟੀ, ਇੱਕ ਸਟੇਟ ਤੋਂ ਦੂਜੇ ਸਟੇਟ, ਇੱਕ ਕੰਟਰੀ ਤੋਂ ਦੂਜੇ ਕੰਟਰੀ, ਜਾਂ ਇੱਕ ਬਾਰਡਰ ਤੋਂ ਦੂਜੇ ਬਾਰਡਰ 'ਤੇ ਇਹਨਾਂ ਦੀ ਟ੍ਰੈਫਿਕਿੰਗ ਹੁੰਦੀ ਹੈ, ਇਹਨਾਂ ਦੀ ਮੂਵਮੈਂਟ ਹੁੰਦੀ ਹੈ, ਉਹ ਅਸੀਂ ਕਿਵੇਂ ਰੋਕਣੀ ਹੈਗੀ ਹੈ। ਕਿਉਂਕਿ ਬਹੁਤ ਸਾਰੀ ਇਹੋ ਜਿਹੀਆਂ ਕੰਟਰੀਜ਼ ਹੈਗੀਆਂ ਵੇ ਜਿੱਥੇ ਕਿ ਡਰੱਗ ਅਸਲ ਦੇ ਵਿੱਚ ਹੁੰਦੀ ਨਹੀਂ ਜੀ। ਬਿਲਕੁਲ। ਲੇਕਿਨ ਜਿਹੜੀਆਂ ਉਹਦੀਆਂ ਬਾਰਡਰ ਵਾਲੀਆਂ ਸਟੇਟਸ ਹੈਗੀਆਂ, ਬਾਰਡਰ ਵਾਲੀਆਂ ਕੰਟਰੀਜ਼ ਹੈਗੀਆਂ ਵੇ, ਉੱਥੋਂ ਦੀ ਇਲੀਗਲ ਤਰੀਕੇ ਦੇ ਨਾਲ ਸਮਗਲ ਹੋ ਕੇ ਡਰੱਗਸ ਉਸ ਕੰਟਰੀ ਦੇ ਵਿੱਚ ਆਉਂਦੀਆਂ ਨੇ। ਉੱਥੇ ਦੇ ਨੌਜਵਾਨ ਨੂੰ ਫਿਰ ਉਹਦੇ ਇਸਤੇਮਾਲ ਸ਼ੁਰੂ ਕਰਦੇ ਨੇ ਤੇ ਹੌਲੀ ਹੌਲੀ ਕਰਕੇ ਉਹ ਇੱਕ ਬਿਮਾਰੀ ਦੀ ਤਰ੍ਹਾਂ ਸਾਰੇ ਦੇਸ਼ ਦੇ ਵਿੱਚ ਫੈਲ ਜਾਂਦੀ ਹੈ ਜੀ। ਬਿਲਕੁਲ। ਇਹ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਅਤੇ ਫਿਰ ਗੈਰ ਕਾਨੂੰਨੀ ਵਪਾਰ ਜੋ ਹੋਣਾ, ਇਸ ਲਈ ਜ਼ਿੰਮੇਵਾਰ ਕੌਣ ਹੈ, ਇਸ ਦੇ ਕਾਰਨ ਕੀ ਨੇ? ਦੇਖੋ, ਜਿਹੜੀ ਕੋਈ ਵੀ ਅਸੀਂ ਚੀਜ਼ ਦੀ ਜਦੋਂ ਸਮਗਲਿੰਗ ਬਾਰੇ ਗੱਲ ਕਰਦੇ ਹਾਂ, ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਆਉਂਦੀ ਹੈ ਕਿ ਉਹਦੇ 'ਚ ਪੈਸਾ ਕਿੰਨਾ ਹੈਗਾ ਜੀ। ਸੋ ਜਿਹੜੀ ਚੀਜ਼ ਦੇ ਵਿੱਚ ਪੈਸਾ ਬਹੁਤ ਜਲਦੀ ਤੇ ਬਹੁਤ ਜ਼ਿਆਦਾ ਆਏਗਾ, ਸੋ ਉਹਦੀ ਫਿਰ ਜਿਹੜੀ ਦੁਰਵਰਤੋਂ ਹੈਗੀ ਹੈ, ਉਹਦੇ ਵਿੱਚ ਕੁਝ ਇਹੋ ਜਿਹੇ ਲੋਕ ਆ ਜਾਂਦੇ ਨੇ ਜਿਹੜੇ ਰਾਤੋਂ ਰਾਤ ਅਮੀਰ ਬਣਨਾ ਚਾਹੁੰਦੇ ਨੇ। ਉਹ ਚਾਹੁੰਦੇ ਨੇ ਕਿ ਅਸੀਂ ਫਟਾਫਟ ਛੋਟਾ ਜਿਹਾ ਕੰਮ ਕਰਕੇ ਤੇ ਵੱਡੇ ਜਿਹੇ ਪੈਸੇ ਕਮਾ ਲਈਏ ਜੀ ਜੀ। ਸੋ ਇਹ ਲੋਕਾਂ ਦਾ ਲਾਲਚ ਹੀ ਹੈਗਾ ਵੇ ਕਿ ਜਿਹੜਾ ਉਹਨਾਂ ਨੂੰ ਇਸ ਪਾਸੇ ਲੈ ਕੇ ਜਾਂਦਾ ਕਿ ਅਸੀਂ ਸਮਗਲਿੰਗ ਕਰੀਏ ਤੇ ਜਿਹੜੇ ਨੌਜਵਾਨਾਂ ਨੂੰ ਖਰਾਬ ਕਰੀਏ ਜੀ। ਦੂਸਰਾ ਅਸੀਂ ਦੇਖਦੇ ਹਾਂ ਕੁਝ ਕੰਟਰੀਜ਼ ਹੈਗੀਆਂ ਵੇ ਜਿਨ੍ਹਾਂ ਦੀ ਇਕਨੋਮੀ ਦੇ ਵਿੱਚ ਜਿਹੜੀ ਇਹ ਨਸ਼ਾ ਹੈਗਾ ਵੇ ਉਹ ਇੱਕ ਬੜਾ ਇੰਪੋਰਟੈਂਟ ਰੋਲ ਪਲੇ ਕਰਦਾ ਵੇ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਅਫਗਾਨਿਸਤਾਨ ਹੈਗਾ ਵੇ ਜੀ ਜੀ। ਸੋ ਉਹਨਾਂ ਦੇ ਵਿੱਚ ਇੱਕ ਡਰੱਗ ਲਾਰਡਸ ਹੁੰਦੇ ਵੇ, ਜਿੱਦਾਂ ਅਸੀਂ ਕਹਿੰਦੇ ਹਾਂ ਕਿ ਕੁਛ ਇਹੋ ਜਿਹਾ ਸੁਸਾਇਟੀ ਦਾ ਇੱਕ ਹਿੱਸਾ ਹੁੰਦਾ ਵੇ ਜਿਹੜਾ ਕਿ ਇਹ ਇਲੀਗਲ ਕੰਮ ਕਰਕੇ ਪੈਸੇ ਇਕੱਠੇ ਕਰਦਾ ਵੇ ਜੀ ਜੀ। ਪੈਸੇ ਇਕੱਠੇ ਕਰਕੇ ਉਹਦੇ ਹਥਿਆਰ ਲੈਂਦਾ ਵੇ ਤੇ ਹਥਿਆਰ ਲੈ ਕੇ ਤੇ ਫਿਰ ਉਹ ਆਪਣੀ ਕੰਟਰੀ ਨੂੰ ਜਾਂ ਦੂਜੀਆਂ ਕੰਟਰੀਆਂ ਨੂੰ ਡੀਸਟੇਬਲਾਈਜ਼ ਕਰਨਾ ਚਾਹੁੰਦਾ ਵੇ। ਮਤਲਬ ਕਿ ਇਸ ਤਰ੍ਹਾਂ ਦੇ ਕਈ ਕਾਰਨ। ਸੋ ਇੱਕ ਬਹੁਤ ਵੱਡਾ ਨੈਕਸਸ ਹੁੰਦਾ ਵੇ। ਇਹ ਛੋਟੇ ਲੈਵਲ ਦੀ ਗੇਮ ਨਹੀਂ ਹੈਗੀ ਕਿ ਅਸੀਂ ਕਹੀਏ ਕਿ ਕਿਸੇ ਨੇ ਇੱਥੋਂ ਚੁੱਕਿਆ ਤੇ ਉੱਥੇ ਵੇਚਤਾ, ਸਿਰਫ ਪੈਸੇ ਕਮਾਏ। ਇਹਦੇ ਪਿੱਛੇ ਬਹੁਤ ਸਾਰੇ ਮੰਤਵ ਹੁੰਦੇ ਵੇ ਜੀ ਜੀ, ਜਿਹੜੇ ਕਿ ਮੇਰਾ ਖਿਆਲ ਆਮ ਆਦਮੀ ਦੀ ਸਮਝ ਤੋਂ ਬਾਹਰ ਹੈਗੇ ਨੇ ਜੀ ਜੀ ਜੀ। ਸੋ ਇਹ ਬੜੀਆਂ ਬੜੀਆਂ ਲੜਾਈਆਂ, ਜਿੱਦਾਂ ਓਪੀਅਮ ਵਾਰ ਆਫ ਚਾਈਨਾ ਸੀ, ਕਿ ਮਤਲਬ ਇੱਕ ਓਪੀਅਮ ਪਿੱਛੇ, ਅਫੀਮ ਪਿੱਛੇ ਇੰਨੀ ਵੱਡੀ ਲੜਾਈ ਚਾਈਨਾ ਦੇ ਨਾਲ ਹੋਈ ਜੀ ਜੀ ਜੀ। ਸੋ ਇਹ ਮੁਲਕਾਂ ਦੇ ਵਿੱਚ ਦਰਾਰ ਪੈਦਾ ਕਰਨ ਵਾਸਤੇ, ਆਪਣੀ ਸੁਪਰੀਮੇਸੀ ਦਿਖਾਉਣ ਵਾਸਤੇ ਤੇ ਉਹਨਾਂ ਦੇ ਕੰਟਰੀ ਨੂੰ ਵੀਕ ਕਰਨ ਵਾਸਤੇ ਇਹ ਜਿਹੜੀਆਂ ਇਲਿਸਿਟ ਡਰੱਗਸ ਹੈਗਾ ਵੇ ਇਹਨਾਂ ਦਾ ਧੰਦਾ ਕੀਤਾ ਜਾਂਦਾ ਵੇ। ਇਹ ਡਾਕਟਰ ਸਾਹਿਬ, ਤੁਸੀਂ ਦਿਮਾਗੀ ਬਿਮਾਰੀਆਂ ਦੇ ਮਾਹਿਰ ਵੀ ਹੋ, ਤੁਸੀਂ ਨਸ਼ਾ ਛੁਡਾਉਣ ਦੇ ਮਾਹਿਰ ਵੀ ਹੋ, ਤੁਸੀਂ ਇੱਕ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਵੀ ਹੋ, ਉਸ ਨੂੰ ਚਲਾ ਵੀ ਰਹੇ ਹੋ। ਤੇ ਅਸੀਂ ਇਹ ਅਕਸਰ ਕਹਿੰਦੇ ਹਾਂ
ਕਿ ਫਲਾਣਾ ਬੰਦਾ ਨਸ਼ਾ ਕਰਦਾ ਹੈ, ਉਹ ਬੰਦਾ ਨਸ਼ਾ ਕਰਦਾ ਹੈ, ਉਹ ਬਹੁਤ ਆਦੀ ਹੈ ਨਸ਼ਾ ਕਰਨ ਦਾ, ਉਸ ਦਾ ਨਸ਼ਾ ਨਹੀਂ ਛੁੱਟ ਰਿਹਾ। ਅਸਲ ਦੇ ਵਿੱਚ ਆਦੀ ਕਿਸ ਨੂੰ ਕਿਹਾ ਜਾ ਸਕਦਾ ਹੈ? ਨਸ਼ੇ ਦਾ ਆਦੀ ਕੌਣ ਹੈ? ਦੇਖੋ, ਨਸ਼ੇ ਦੀ ਜਦੋਂ ਅਸੀਂ ਕਹਿੰਦੇ ਆ ਕਿ ਕਿਸੇ ਵੀ ਬੰਦੇ ਨੂੰ ਕਿਸੇ ਚੀਜ਼ ਦਾ ਨਸ਼ਾ ਹੋ ਗਿਆ ਜੀ, ਇਹਦਾ ਮਤਲਬ ਹੁੰਦਾ ਵੇ ਕਿ ਉਹ ਦਿਮਾਗੀ ਤੇ ਸਰੀਰਕ ਤੌਰ ਤੇ ਉਹਦਾ ਆਦੀ ਹੋ ਗਿਆ ਵੇ। ਉਹ ਉਹਦੇ ਬਗੈਰ ਹੁਣ ਰਹਿ ਨਹੀਂ ਸਕਦਾ। ਕਿ ਜਿਵੇਂ ਜੇ ਉਹ ਸੋਚੇ ਕਿ ਬਈ ਅੱਜ ਮੈਂ ਇਹ ਚੀਜ਼ ਨਹੀਂ ਲਵਾਂਗਾ, ਤੇ ਉਹ ਜਦੋਂ ਦੇਖਦਾ ਉਹ ਨਹੀਂ ਲੈਂਦਾ ਹੈਗਾ ਵੇ, 24 ਘੰਟਿਆਂ ਦੇ ਅੰਦਰ ਅੰਦਰ ਉਹਨੂੰ ਲੱਗਦਾ ਵੇ ਕਿ ਉਹਦੇ ਸਰੀਰ ਵਿੱਚ ਕਾਫੀ ਤਕਲੀਫਾਂ ਸ਼ੁਰੂ ਹੋ ਗਈਆਂ ਜੀ। ਜਿਵੇਂ ਕਿ ਜਿਹੜੇ ਲੋਕ ਅਫੀਮ ਲੈਂਦੇ ਨੇ ਜਾਂ ਹੈਰੋਇਨ ਸਮੈਕ ਲੈਂਦੇ ਨੇ, ਡੋਡੇ ਲੈਂਦੇ ਨੇ, ਜੇ ਉਹ ਲਗਾਤਾਰ ਕੁਝ ਮਹੀਨੇ ਲੈ ਲੈਣ ਤੇ ਸਰੀਰਕ ਤੇ ਮਾਨਸਿਕ ਤੌਰ ਤੇ ਉਹ ਆਦੀ ਹੋ ਗਏ, ਜੇ ਉਹ ਫਿਰ ਇੱਕ ਦਿਨ ਸੋਚਣ ਜੀ ਯਾਰ ਅੱਜ ਮੈਂ ਛੱਡਣ ਲੱਗਾ ਵਾਂ ਜਾਂ ਅੱਜ ਮੈਂ ਐਕਸਪੈਰੀਮੈਂਟ ਕਰਕੇ ਦੇਖਣਾ ਵੇ ਕਿ ਜੇ ਮੈਂ ਨਹੀਂ ਲਵਾਂਗਾ 24 ਘੰਟੇ ਤੇ ਫਿਰ ਕੀ ਹੋਏਗਾ, ਫਿਰ ਉਹ ਦੇਖਣਗੇ ਕਿ ਉਹਨਾਂ ਦੇ ਸਰੀਰ ਦੇ ਵਿੱਚ ਤਕਲੀਫਾਂ ਸ਼ੁਰੂ ਹੋ ਜਾਂਦੀਆਂ, ਉਹਨਾਂ ਨੂੰ ਅਵਾਸੀਆਂ, ਨਿੱਛਾਂ, ਦਸਤ ਸ਼ੁਰੂ ਹੋ ਜਾਂਦੇ ਨੇ, ਉਲਟੀਆਂ ਸ਼ੁਰੂ ਹੋ ਜਾਂਦੀਆਂ ਨੇ, ਕੁਝ ਪਚਦਾ ਨਹੀਂ ਉਹਨਾਂ ਦੇ ਅੰਦਰ, ਘਬਰਾਹਟ ਸ਼ੁਰੂ ਹੋ ਜਾਂਦੀ ਹੈ, ਲੂ ਕੰਡੇ ਉਹਨਾਂ ਦੇ ਖੜੇ ਹੋ ਜਾਂਦੇ ਨੇ। ਸੋ ਇਹਦਾ ਮਤਲਬ ਹੈ ਕਿ ਉਹ ਬੰਦਾ ਇੰਨਾ ਆਦੀ ਹੋ ਗਿਆ ਵੇ ਕਿ ਜਾਂ ਤੇ ਉਹਨੂੰ ਉਨੀ ਖੁਰਾਕ ਰੋਜ਼ ਲੈਣੀ ਪਏਗੀ ਤੇ ਜਾਂ ਉਹਨੂੰ ਆਪਣੀ ਖੁਰਾਕ ਟਾਈਮ ਦੇ ਨਾਲ ਵਧਾਉਣੀ ਪਏਗੀ। ਸੋ ਅਸੀਂ ਉਦੋਂ ਕਹਿੰਦੇ ਆ ਕਿ ਇਹ ਉਸ ਨਸ਼ੇ ਦਾ, ਇਹ ਬੰਦਾ ਨਸ਼ਾ ਹੀ ਹੋ ਗਿਆ ਵੇ, ਇਸ ਚੀਜ਼ ਦਾ ਆਦੀ ਹੋ ਗਿਆ ਵੇ। ਚਾਹੇ ਤੁਸੀਂ ਛੋਟੀ ਜਿਹੀ ਮਾਤਰਾ ਨਾਲ ਤੇ ਦੇਖ ਲਓ ਕਿ ਜੇ ਬੰਦੇ ਕੁਝ, ਕਈ ਬੰਦੇ ਅਸੀਂ ਕਹਿ ਦਿੰਦੇ ਚਾਹ ਦੇ ਆਦੀ ਹੈ, ਹਾਲੇ ਅਸੀਂ ਇਹ ਨਹੀਂ ਕਹਿੰਦੇ ਨਸ਼ਾ ਹੈਗਾ ਚਾਹ, ਲੇਕਿਨ ਜੇ ਉਹ ਚਾਹ ਉਸ ਟਾਈਮ ਤੇ ਨਾ ਲੈਣ, ਜੇ ਉਹਨੇ ਕੱਪ ਨਾ ਲੈਣ ਤੇ ਤਾਂ ਵੀ ਉਹਨਾਂ ਨੂੰ ਵਾਸੀਆਂ ਆਣੀਆਂ, ਸੁਸਤੀ ਪੈਣੀ ਸ਼ੁਰੂ ਹੋ ਜਾਂਦੀ ਹੈ। ਸੋ ਨਸ਼ਾ ਤੇ ਇੱਕ ਇਹੋ ਜਿਹੀ ਚੀਜ਼ ਹੈ, ਨਸ਼ਾ ਇਹ ਅਸੀਂ ਨਾਮ ਲੈਂਦੇ ਹਾਂ ਜਿਹੜੀਆਂ ਇਲਿਸਿਟ ਡਰੱਗਸ ਹੈਗੀਆਂ, ਜਿਹੜੀਆਂ ਇਲੀਗਲ ਡਰੱਗਸ ਹੈਗੀਆਂ ਵੇ, ਜਿਹੜੀ ਸਾਡੀ ਗਵਰਨਮੈਂਟ ਸਰਕਾਰ ਅਲਾਉ ਨਹੀਂ ਕਰਦੀ, ਜਾਂ ਕੁਝ ਇਹੋ ਜਿਹੀਆਂ ਦਵਾਈਆਂ ਹੈਗੀਆਂ ਵੇ ਜਿਨ੍ਹਾਂ ਦਾ ਸਾਇੰਟੀਫਿਕ ਬੇਸ ਹੈਗਾ ਵੇ, ਉਹਦੇ ਵਿੱਚ ਇੱਕ ਰੈਗੂਲੇਸ਼ਨ ਹੈਗੀ ਹੈ ਕਿ ਅਸੀਂ ਜੇ ਕਿਸੇ ਦੀ ਮੇਜਰ ਸਰਜਰੀ ਹੋਈ ਹੈ, ਕਿਸੇ ਨੂੰ ਮੇਜਰ ਸੱਟ ਲੱਗੀ ਹੈ, ਅਸੀਂ ਉਹਨੂੰ ਕੁਝ ਦਿਨਾਂ ਵਾਸਤੇ ਦੇਣਾ ਵੇ, ਕੁਝ ਅਰਸੇ ਵਾਸਤੇ ਦੇਣਾ ਵੇ। ਬਟ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਡਾਕਟਰ ਇੰਨਾ ਸਿਆਣਾ ਨਹੀਂ ਸੀ ਜਾਂ ਮਰੀਜ਼ ਕਿਸੇ ਨੀਮ ਹਕੀਮ ਕੋਲ ਚਲਾ ਗਿਆ, ਉਹਨੇ ਦੇਖਿਆ ਵੀ ਇਹ ਦਵਾਈ ਇਹਨੂੰ ਅਸਰ ਕਰਦੀ ਪਈ ਹੈ, ਲੰਬੇ ਅਸਰ ਲਈ ਦੇ ਦਿਓ, ਜਾਂ ਮਰੀਜ਼ ਨੇ ਆਪਣੇ ਲੈਵਲ ਤੇ ਸੋਚਿਆ ਯਾਰ ਇਹ ਦਵਾਈ ਬੜੀ ਵਧੀਆ ਵੇ, ਮੈਨੂੰ ਤੇ ਬਹੁਤ ਫਾਇਦਾ ਹੁੰਦਾ ਪਿਆ ਇਹਦੇ ਨਾਲ, ਸੋ ਉਹਨਾਂ ਨੇ ਲੰਬੇ ਅਰਸੇ ਲਈ ਖਾ ਲਈ ਉਹਨੂੰ। ਹੁਣ ਜਦੋਂ ਉਹਨੇ ਕੋਸ਼ਿਸ਼ ਕੀਤੀ ਮੈਂ ਬੰਦ ਕਰਾਂ, ਉਹ ਜਦੋਂ ਉਹਨੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਨਹੀਂ ਪਤਾ ਸੀ ਕਿ ਉਹ ਇਹਦਾ ਆਦੀ ਹੋ ਗਿਆ ਵੇ। ਸੋ ਉਹਨੂੰ ਸਰੀਰਕ ਤੇ ਮਾਨਸਿਕ ਤਕਲੀਫਾਂ ਸ਼ੁਰੂ ਹੋ ਗਈਆਂ। ਸੋ ਅਸੀਂ ਕਹਿੰਦੇ ਆ ਕਿ ਭਾਈ ਇਹ ਹੁਣ ਆਦੀ ਹੋ ਗਿਆ। ਸਭ ਤੋਂ ਪਹਿਲੀ ਗੱਲ ਇਹ ਆਉਂਦੀ ਹੈ, ਜਦੋਂ ਕਿਸੇ ਬੰਦੇ ਨੂੰ ਆਦੀ ਕਿਹਾ ਜਾਂਦਾ ਹੈ ਤਾਂ ਆਪ ਤੇ ਉਹ ਦੁਖੀ ਹੁੰਦਾ ਹੈ, ਉਸਦੇ ਘਰ ਦੇ ਜ਼ਿਆਦਾ ਦੁਖੀ ਹੁੰਦੇ ਨੇ। ਉਹ ਫਿਰ ਲੱਭਦੇ ਨੇ ਵੀ ਅਸੀਂ ਨਸ਼ਾ ਛਡਾਉਣਾ ਹੈ, ਕਿਸ ਤਰ੍ਹਾਂ ਨਸ਼ਾ ਛਡਾਈਏ। ਫਿਰ ਕੀ ਹੁੰਦਾ ਹੈ, ਇੱਕੋ ਸਹਾਰਾ ਮਿਲਦਾ ਹੈ ਉਹਨਾਂ ਨੂੰ, ਨਸ਼ਾ ਛਡਾਊ ਕੇਂਦਰ। ਸਾਡੇ ਜ਼ਿਹਨ ਦੇ ਵਿੱਚ ਆਉਂਦਾ ਹੈ ਇੱਕ ਨਸ਼ਾ ਛਡਾਊ ਕੇਂਦਰ ਹੈ ਤੇ ਇੱਕ ਮੁੜ ਵਸੇਬਾ ਕੇਂਦਰ ਹੈ, ਜਿਸ ਨੂੰ ਅਸੀਂ ਰੀਹੈਬਲੀਟੇਸ਼ਨ ਸੈਂਟਰ ਕਹਿ ਦਿੰਦੇ ਹਾਂ। ਇਹ ਡੀ ਐਡਿਕਸ਼ਨ ਸੈਂਟਰ ਜਾਂ ਰੀਹੈਬਲੀਟੇਸ਼ਨ ਸੈਂਟਰ ਕੀ ਰੋਲ ਅਦਾ ਕਰਦੇ ਪਏ ਨੇ? ਹਾਂਜੀ, ਇਹ ਬਹੁਤ ਅੱਛਾ ਸਵਾਲ ਹੈ। ਆਮ ਤੌਰ ਤੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਜੀ। ਇਹ ਦੋ ਤਰ੍ਹਾਂ ਦੇ ਸੈਂਟਰ ਸਰਕਾਰ ਨੇ ਬਣਾਏ ਹੈਗੇ ਜੀ। ਇੱਕ ਹੈਗਾ ਡੀ ਐਡਿਕਸ਼ਨ ਸੈਂਟਰ, ਜਿੱਥੇ ਕਿ ਅਸੀਂ ਨਸ਼ੇ ਵਾਲੇ ਮਰੀਜ਼ ਦਾ ਨਸ਼ੇ ਦਾ ਇਲਾਜ ਕਰਦੇ ਹਾਂ। ਮਰੀਜ਼ ਘਰ ਦੇ ਲੈ ਕੇ ਆਏ ਨੇ ਕਿ ਪੇਸ਼ੈਂਟ ਸਾਡਾ ਫਲਾਣੀ ਡਰੱਗ ਲੈਂਦਾ ਵੇ ਜਾਂ ਸ਼ਰਾਬ ਲੈਂਦਾ ਵੇ ਜਾਂ ਚਿੱਟਾ ਲੈਂਦਾ ਵੇ, ਸੋ ਉਹ ਸਾਡੇ ਕੋਲ ਦਾਖਲ ਹੋ ਜਾਂਦਾ ਵੇ। ਅਸੀਂ ਉਹਦਾ ਇੱਕ ਸਾਇੰਟੀਫਿਕ ਇਲਾਜ ਕਰਦੇ ਹਾਂ, ਜਿਹੜਾ ਕਿ ਕਈ ਡਿਫਰੈਂਟ ਤਰੀਕਿਆਂ ਨਾਲ ਕੀਤਾ ਜਾਂਦਾ ਵੇ ਜੀ। ਉੱਥੇ ਮਰੀਜ਼ ਦਾ ਜਿਹੜਾ ਸਟੇ ਹੁੰਦਾ ਵੇ ਉਹ ਬੜਾ ਸ਼ਾਰਟ ਸਟੇ ਹੁੰਦਾ ਵੇ। ਸੇ ਅਸੀਂ ਕਹਿ ਦਿੰਦੇ ਹਾਂ 5-7 ਦਿਨ ਤੋਂ ਲੈ ਕੇ 10-15 ਦਿਨ। ਸੋ ਅਸੀਂ ਮਰੀਜ਼ ਨੂੰ ਦਵਾਈਆਂ ਦਿੰਦੇ ਹਾਂ ਜਾਂ ਹੋਰ ਟੈਕਨੀਕਸ ਨਾਲ ਕਰਦੇ ਹੈਗੇ ਹਾਂ, ਦੇ ਕੇ ਮਰੀਜ਼ ਨੂੰ ਠੀਕ ਕਰਕੇ। ਕਈ ਮਰੀਜ਼ਾਂ ਨੂੰ ਦਵਾਈ ਥੋੜ੍ਹੇ ਦਿਨ ਵਾਸਤੇ ਘਰ ਵੀ ਚੱਲਦੀ ਹੈਗੀ ਹੈ, ਕਈਆਂ ਨੂੰ ਦਵਾਈ ਬੰਦ ਕਰਕੇ ਅਸੀਂ ਭੇਜ ਦਿੰਦੇ ਹਾਂ ਜੀ। ਸੈਕਿੰਡ ਆ ਜਾਂਦਾ ਵੇ ਇੱਕ ਰੀਹੈਬਲੀਟੇਸ਼ਨ ਸੈਂਟਰ। ਹੁਣ ਇੱਕ ਰੀਹੈਬਲੀਟੇਸ਼ਨ ਸੈਂਟਰ ਹੈਗਾ ਵੇ ਕਿ ਅਸੀਂ ਮਰੀਜ਼ ਨੂੰ ਠੀਕ ਕਰ ਦਿੱਤਾ, ਹੁਣ ਅਸੀਂ ਉਹਦੀ ਰੀਹੈਬਲੀਟੇਸ਼ਨ ਕਰਨੀ ਹੈਗੀ ਹੈ ਕਿ ਅਸੀਂ ਉਹਨੂੰ ਕੁਝ ਦਿਨ ਹੋਰ ਆਪਣੇ ਕੋਲ ਰੱਖਣਾ ਹੈਗਾ ਵੇ। ਅਸੀਂ ਉਹਨੂੰ ਇੱਕ ਨਵੀਂ ਲਾਈਫ ਦੀ ਟ੍ਰੇਨਿੰਗ ਦੇਣੀ ਹੈ, ਉੱਥੇ ਉਹਦੀ ਇੰਟੈਂਸਿਵ ਕਾਉਂਸਲਿੰਗ ਕਰਨੀ ਹੈਗੀ ਹੈ। ਉੱਥੇ ਦੇਖਣਾ ਵੇ ਕਿ ਜਿਹੜੀ ਉਹਦੀ ਥੋੜ੍ਹੀ ਬਹੁਤੀ ਤਲਬ ਰਹਿ ਗਈ ਹੈ ਉਹ ਖ਼ਤਮ ਕਰਨੀ ਹੈਗੀ ਹੈ। ਉਹਨੂੰ ਜਿਹੜੀਆਂ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਹੈ, ਕੋਈ ਯੋਗਾ, ਸਪੋਰਟਸ, ਮੈਡੀਟੇਸ਼ਨ, ਕਾਉਂਸਲਿੰਗ, 1-to-1 ਲੈਕਚਰਸ, ਉਹ ਕਰਨੇ ਹੈਗੇ ਵੇ ਜੀ। ਸੋ ਰੀਹੈਬਲੀਟੇਸ਼ਨ ਦੇ ਵਿੱਚ ਮਰੀਜ਼ ਨੂੰ ਇਲਾਜ ਕਰਨ ਤੋਂ ਬਾਅਦ ਭੇਜਿਆ ਜਾਂਦਾ ਵੇ।
ਉੱਥੇ ਆਮ ਤੌਰ ਤੇ ਦਵਾਈ ਕੋਈ ਨਹੀਂ ਦਿੱਤੀ ਜਾਂਦੀ, ਜਾਂ ਅਸੀਂ ਛੋਟੇ ਲੈਵਲ ਦੀ ਕੋਈ ਥੋੜੀ ਬਹੁਤੀ ਦਵਾਈ ਮਰੀਜ਼ ਨੂੰ ਲੋੜ ਹੈਗੀ ਅਸੀਂ ਦੇ ਦਿੰਨੇ ਆ। ਲੇਕਿਨ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਇੱਕ ਫੁੱਲ ਫਲੈਜਡ ਨਸ਼ੇ ਦਾ ਇਲਾਜ ਕੀਤਾ ਜਾਂਦਾ ਵੇ। ਉਹਦੀ ਜਿਹੜੀ ਸਟੇ ਹੁੰਦੀ ਹੈ ਉਹ ਲਿਮਟਿਡ ਦਿਨਾਂ ਵਾਸਤੇ ਹੁੰਦੀ ਹੈ, ਜਦ ਕਿ ਰੀਹੈਬਿਲਿਟੇਸ਼ਨ ਵਿੱਚ ਮਹੀਨਿਆਂ ਵਾਸਤੇ 1 ਮਹੀਨਾ 2 ਮਹੀਨੇ 6 ਮਹੀਨੇ ਲੰਬੀ ਸਟੇ ਹੁੰਦੀ ਹੈ। ਜੀ ਜੀ। ਤੇ ਇਹ ਤੁਸੀਂ ਪ੍ਰੋਸੀਜਰ ਦੱਸਿਆ ਵੀ ਕਿਸ ਤਰ੍ਹਾਂ ਟ੍ਰੀਟਮੈਂਟ ਹੁੰਦੀ ਹੈ, ਪਰ ਜੇ ਗਰਾਊਂਡ ਲੈਵਲ ਦੀ ਗੱਲ ਕਰੀਏ ਤੇ ਅੱਜ ਇੱਕ ਡੀ ਐਡਿਕਸ਼ਨ ਨਸ਼ਾ ਛਡਾਊ ਕੇਂਦਰਾਂ ਨੂੰ ਲੈ ਕੇ ਜਾਂ ਮੁੜ ਵਸੇਬਾ ਕੇਂਦਰਾਂ ਨੂੰ ਲੈ ਕੇ ਨਾ ਇੱਕ ਆਮ ਇਨਸਾਨ ਦੇ ਮਨ ਦੇ ਵਿੱਚ ਨਾ ਇੱਕ ਡਰ ਬੈਠਾ ਹੈ। ਉਹ ਡਰ ਇਹ ਹੈ ਕਿ ਜੇ ਮੈਂ ਆਪਣਾ ਪੁੱਤਰ ਜਾਂ ਆਪਣਾ ਪਤੀ ਜਾਂ ਆਪਣਾ ਪਿਓ ਉੱਥੇ ਛੱਡ ਆਉਣਾ ਹਾਂ ਨਸ਼ਾ ਛਡਾਊ ਕੇਂਦਰ 'ਚ, ਅਤੇ ਉੱਥੇ ਬੜਾ ਮਾੜਾ ਉਹਦੇ ਨਾਲ ਵਿਹਾਰ ਹੁੰਦਾ ਹੈ, ਉਸ ਨੂੰ ਕੁੱਟਿਆ ਜਾਂਦਾ ਹੈ। ਇੱਥੋਂ ਤੱਕ ਵੀ ਸੁਣਨ 'ਚ ਆਇਆ ਹੈ ਕਿ ਕਈ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਕਰੰਟ ਵੀ ਲਗਾਇਆ ਜਾਂਦਾ ਹੈ। ਕਿੱਥੋਂ ਤੱਕ ਇਹ ਗੱਲਾਂ ਸੱਚੀਆਂ ਨੇ? ਦੇਖੋ ਇਹਦੇ ਵਿੱਚ ਇਸ ਤਰ੍ਹਾਂ ਹੈਗਾ ਹੈ, ਫਿਰ ਮੈਂ ਕਲੀਅਰ ਕਰਾਂਗਾ ਤੁਹਾਡਾ ਬੜਾ ਰੈਲੀਵੈਂਟ ਕੁਐਸਚਨ ਹੈਗਾ ਵੇ ਕਿ ਜਿਹੜੇ ਤੇ ਡੀ ਐਡਿਕਸ਼ਨ ਸੈਂਟਰ ਹੈਗੇ ਵੇ ਉਹ ਜਿਸ ਤਰ੍ਹਾਂ ਇੱਕ ਆਮ ਹਸਪਤਾਲ ਹੈ, ਉਹ ਉਸ ਤਰ੍ਹਾਂ ਦਾ ਹਸਪਤਾਲ ਹੈ। ਉਹ ਆਮ ਤੌਰ ਤੇ ਸ਼ਹਿਰ ਦੇ ਵਿੱਚ ਹੈਗੇ ਵੇ। ਉੱਥੇ ਜਦੋਂ ਅਸੀਂ ਮਰੀਜ਼ ਨੂੰ ਦਾਖਲ ਕਰਨਾ ਵੇ, ਜਿਸ ਤਰ੍ਹਾਂ ਅਸੀਂ ਆਮ ਮਰੀਜ਼ ਨੂੰ ਦਾਖਲ ਕਰਦੇ ਹਾਂ, ਉਹਦੇ ਵਿੱਚ ਅਸੀਂ ਕਹਿੰਦੇ ਹਾਂ ਜੀ 1 ਫੈਮਿਲੀ ਮੈਂਬਰ ਜਾਂ 2 ਫੈਮਿਲੀ ਮੈਂਬਰ ਨਾਲ ਸਟੇ ਕਰਨਗੇ। ਸੋ 1 ਜਾਂ 2 ਫੈਮਿਲੀ ਮੈਂਬਰ ਨਾਲ ਸਟੇ ਕਰਦੇ ਨੇ। ਉਹਦੇ ਵਿੱਚ ਅਸੀਂ ਮਰੀਜ਼ ਨੂੰ 5-7 ਦਿਨ ਤੋਂ ਲੈ ਕੇ 10-15 ਦਿਨ ਤੱਕ ਰੱਖਿਆ, ਮਰੀਜ਼ ਨੂੰ ਦਵਾਈਆਂ ਦਿੱਤੀਆਂ, ਠੀਕ ਕੀਤਾ, ਕਰਕੇ ਭੇਜ ਦਿੱਤਾ। ਹੁਣ ਉੱਥੇ ਕੋਈ ਕੁਐਸਚਨ ਨਹੀਂ ਹੈਗਾ ਕਿ ਤੁਸੀਂ ਛੱਡ ਕੇ ਆ ਗਏ ਹੋ ਜਾਂ ਤੁਹਾਨੂੰ ਪਤਾ ਨਹੀਂ ਕਿ ਤੁਹਾਡੇ ਮਰੀਜ਼ ਨਾਲ ਕੀ ਹੋ ਰਿਹਾ। ਤੁਸੀਂ 24 ਘੰਟੇ ਆਪਣੇ ਮਰੀਜ਼ ਦੇ ਨਾਲ ਹੋ, ਠੀਕ ਹੈ, ਉਹਦੇ ਨਾਲ ਹੀ ਉੱਠਦੇ ਹੋ, ਬੈਠਦੇ ਹੋ, ਗੱਲਾਂ ਬਾਤਾਂ ਕਰਦੇ ਹੋ, ਖਾਣਾ ਖਾਂਦੇ ਹੋ, ਸਭ ਕੁਝ ਉਹਦੇ ਨਾਲ ਕਰਦੇ ਹੋ। ਜੋ ਹੋ ਰਿਹਾ ਤੁਹਾਡੇ ਅੱਖਾਂ ਦੇ ਸਾਹਮਣੇ ਹੋ ਰਿਹਾ ਵੇ। ਸੋ ਉਹਦੇ ਵਿੱਚ ਕੋਈ ਤੁਹਾਨੂੰ ਡਾਊਟ ਨਹੀਂ ਹੈਗਾ ਕਿ ਭਾਈ ਸਾਡੇ ਮਰੀਜ਼ ਨੂੰ ਇਹ ਕੀਤਾ। ਸੈਕਿੰਡ ਹੈਗਾ ਰੀਹੈਬਿਲਿਟੇਸ਼ਨ ਸੈਂਟਰ। ਹੁਣ ਰੀਹੈਬਿਲਿਟੇਸ਼ਨ ਸੈਂਟਰ ਜਿਹੜੇ ਹੈਗੇ ਨੇ ਉਹ ਆਮ ਤੌਰ ਤੇ ਉਹਨਾਂ ਦਾ ਸਾਈਜ਼ ਵੱਡਾ ਹੁੰਦਾ ਵੇ, ਕਿਉਂਕਿ ਉਹਨਾਂ ਦੇ ਵਿੱਚ ਰੀਹੈਬਿਲਿਟੇਸ਼ਨ ਅਸੀਂ ਸਪੋਰਟਸ ਦੀਆਂ ਫੈਸਿਲਿਟੀ ਦੇਣੀਆਂ, ਹੋਰ ਐਕਸਟਰਾ ਫੈਸਿਲਿਟੀ ਦੇਣੀਆਂ, ਉਹ ਆਮ ਤੌਰ ਤੇ ਸ਼ਹਿਰ ਤੋਂ ਬਾਹਰ ਹੁੰਦੇ ਨੇ। ਉਹਨਾਂ ਦੇ ਵਿੱਚ ਘਰ ਦੇ ਨਾਲ ਸਟੇ ਨਹੀਂ ਕਰਦੇ। ਅੱਛਾ। ਸੋ ਜਿਸ ਤਰ੍ਹਾਂ ਉਹਦੇ ਵਿੱਚ ਅਸੀਂ ਜਾਂਦੇ ਹਾਂ, ਉੱਥੇ ਦੇਖਿਆ ਹਾਂ ਵੀ ਅਸੀਂ ਸੈਟਿਸਫਾਈਡ ਹਾਂ, ਉੱਥੇ ਅਸੀਂ ਆਪਣੇ ਪੇਸ਼ੈਂਟ ਨੂੰ ਛੱਡ ਆਉਂਦੇ ਹਾਂ। ਉਹਨਾਂ ਨੇ ਰੱਖਿਆ ਹੁੰਦਾ ਵੇ ਕਿ ਤੁਸੀਂ ਹਫ਼ਤੇ ਬਾਅਦ ਜਾਂ 10 ਦਿਨ ਬਾਅਦ ਜਾਂ 15 ਦਿਨ ਜੋ ਕਿਸੇ ਦਾ ਸਿਸਟਮ ਹੈਗਾ ਵੇ, ਤੁਸੀਂ ਆਪਣੇ ਪੇਸ਼ੈਂਟ ਨੂੰ ਆ ਕੇ ਮਿਲ ਸਕਦੇ ਹੋ। ਤੁਸੀਂ ਜਿਸ ਤਰ੍ਹਾਂ ਕਹਿੰਦੇ ਹੋ ਕਈ ਮਰੀਜ਼ ਕੰਪਲੇਂਟ ਕਰਦੇ ਨੇ ਕਿ ਸਾਨੂੰ ਕੁੱਟਿਆ ਮਾਰਿਆ ਉਹਨਾਂ ਨੇ, ਉਹ ਕੁਝ ਮਰੀਜ਼ ਸਾਨੂੰ ਵੀ ਕਹਿੰਦੇ ਹੈਗੇ ਵੇ ਹਲੇ, ਬਟ ਉਹਦੇ ਵਿੱਚ ਕਿੰਨੀ ਸੱਚਾਈ ਹੈ ਇਹ ਕਿਉਂਕਿ ਮੇਰਾ ਕਦੇ ਐਕਸਪੀਰੀਅੰਸ ਨਹੀਂ ਹੋਇਆ, ਉਹਦੇ ਬਾਰੇ ਮੈਂ ਨਹੀਂ ਦੱਸ ਸਕਦਾ। ਕਈ ਵਾਰੀ ਇਹ ਵੀ ਹੁੰਦਾ ਵੇ ਕਿ ਮਰੀਜ਼ ਨੂੰ ਹੁੰਦਾ ਵੇ ਕਿ ਮੈਨੂੰ ਹੁਣ ਕੈਦ ਕੀਤਾ ਹੋਇਆ ਵੇ, ਕਿਉਂਕਿ ਰੀਹੈਬਿਲਿਟੇਸ਼ਨ ਵਾਲੇ ਸੈਂਟਰ ਵਾਲੇ ਆਪਣੀ 4 ਦੀਵਾਰੀ ਤੋਂ ਬਾਹਰ ਮਰੀਜ਼ ਨੂੰ ਜਾਣ ਨਹੀਂ ਦਿੰਦੇ, ਕਿਉਂਕਿ ਉਹਨਾਂ ਨੂੰ ਹੁੰਦਾ ਜੇ ਬਾਹਰ ਚਲਾ ਗਿਆ ਤਾਂ ਸਾਡਾ ਮਕਸਦ ਹੀ ਖਤਮ ਹੋ ਗਿਆ। ਜੇ ਫਿਰ ਉਹ ਬਾਹਰ ਨਹੀਂ ਜਾਣ ਦਿੰਦੇ, ਉਹ ਘਰਦਿਆਂ ਨੂੰ ਇੱਕ ਫਿਕਸ ਟਾਈਮ ਤੇ ਹਫ਼ਤਾ 10 ਦਿਨ ਬਾਅਦ ਆਉਣ ਦਿੰਦੇ ਵੇ। ਹੁਣ ਉਹ ਸੱਚਾਈ ਹੈ ਉਹ ਕਹਿੰਦੇ ਪਏ ਵੇ ਜਾਂ ਉਸ ਮਾਹੌਲ ਤੋਂ ਬਚਣਾ ਚਾਹੁੰਦੇ ਨੇ। ਸੋ ਇਹਦੇ ਬਾਰੇ ਤੇ ਰੀਹੈਬਿਲਿਟੇਸ਼ਨ ਸੈਂਟਰ ਹੀ ਦੱਸ ਸਕਦਾ ਵੇ। ਪਰ ਮੇਰੇ ਹਿਸਾਬ ਨਾਲ ਕਿ ਰੀਹੈਬਿਲਿਟੇਸ਼ਨ ਸੈਂਟਰ ਵੀ ਜਿਹੜੇ ਹੈਗੇ ਵੇ ਉਹ ਵੀ ਜਿਹੜੇ ਕੁਆਲੀਫਾਈਡ ਡਾਕਟਰ ਹੈਗੇ ਵੇ, ਸਾਈਕੈਟਰਿਸਟ ਹੈਗੇ ਵੇ, ਡੀ ਐਡਿਕਸ਼ਨ ਐਕਸਪਰਟ ਹੈਗੇ ਵੇ, ਉਹੀ ਚਲਾਉਂਦੇ ਵੇ। ਸੋ ਇਹੋ ਜਿਹੀ ਗੱਲ ਕੋਈ ਹੋਣੀ ਤੇ ਨਹੀਂ ਚਾਹੀਦੀ, ਪਰ ਜੇ ਕਿਸੇ ਨੇ ਪੁਆਇੰਟ ਆਊਟ ਕੀਤਾ ਵੇ ਤੇ ਇਹ ਫਿਰ ਸੋਚਣ ਵਾਲੀ ਗੱਲ ਹੈ। ਅੱਜ ਦਾ ਦੌਰ ਨਾ ਬਹੁਤ ਭੱਜ ਦੌੜ ਵਾਲਾ ਦੌਰ ਹੋ ਗਿਆ ਹੈ। ਘਰ ਦੇ ਵਿੱਚ ਹਰ ਕੋਈ ਲਗਭਗ ਕਮਾਈ ਕਰਦਾ ਪਿਆ ਹੈ, ਕਿਸੇ ਨੂੰ ਕੋਈ ਚਿੰਤਾ ਹੈ। ਜੇ ਵਿਦਿਆਰਥੀ ਜੀਵਨ ਹੈ ਉਹ ਵੀ ਚਿੰਤਾ ਦੇ ਵਿੱਚ ਫਸਿਆ ਹੋਇਆ ਹੈ। ਸਭ ਨੂੰ ਵੱਡੀ ਗੱਲ ਹੈ ਕਿ ਅੱਜ ਦੇ ਦੌਰ ਦੇ ਵਿੱਚ ਡਿਪਰੈਸ਼ਨ ਬਹੁਤ ਹੈ, ਬਹੁਤ ਦਿਮਾਗੀ ਪਰੇਸ਼ਾਨੀਆਂ ਨੇ। ਤੁਸੀਂ ਦਿਮਾਗੀ ਪਰੇਸ਼ਾਨੀਆਂ ਦੇ ਮਾਹਿਰ ਵੀ ਹੋ, ਤੁਸੀਂ ਡਾਕਟਰ ਹੋ ਮਨੋਰੋਗ ਦੇ। ਅਤੇ ਵੇਖਣ ਵਾਲੀ ਗੱਲ ਆਉਂਦੀ ਹੈ ਕਿ ਜਿਸ ਤਰ੍ਹਾਂ ਅੱਜ ਅਸੀਂ ਅੰਤਰਰਾਸ਼ਟਰੀ ਦਿਨ ਮਨਾ ਰਹੇ ਹਾਂ ਨਸ਼ੀਲੀਆਂ ਦਵਾਈਆਂ ਦੇ ਦੁਰਉਪਯੋਗ ਦਾ, ਫਿਰ ਗੈਰ ਕਾਨੂੰਨੀ ਵਪਾਰ ਦਾ, ਅਤੇ ਇਹ ਡਿਪਰੈਸ਼ਨ ਕਿੱਥੋਂ ਤੱਕ ਇਸ ਦਿਨ ਦੇ ਨਾਲ ਰਿਲੇਟ ਕਰਦਾ ਹੈ? ਦੇਖੋ ਇਹ ਆਪਸ ਦੇ ਵਿੱਚ ਬੜਾ ਗੂੜਾ ਸੰਬੰਧ ਹੈ ਦਿਮਾਗੀ ਬਿਮਾਰੀਆਂ ਅਤੇ ਨਸ਼ਿਆਂ ਦਾ। ਸੋ ਇਹ ਦੋਨੋਂ ਤਰਫਾ ਹੀ ਹੈ। ਜੇ ਅਸੀਂ ਨਸ਼ਿਆਂ ਦੇ ਆਦੀ ਹੋ ਜਾਂਦੇ ਆ, ਇਲੀਗਲ ਡਰੱਗ ਸ਼ੁਰੂ ਕਰ ਦਿੰਦੇ ਆ, ਜਾਂ ਕੋਈ ਵੀ ਦਵਾਈ ਡਾਕਟਰ ਦੇ ਪੁੱਛੇ ਬਗੈਰ ਲੰਬੇ ਅਰਸੇ ਲਈ ਲੈ ਲੈਂਦੇ ਆ, ਤੇ ਉਹਦੇ ਵਿੱਚ ਇੱਕ ਪੋਸੀਬਿਲਿਟੀ ਹੁੰਦੀ ਹੈ ਕਿ ਗੈਰ ਕਾਨੂੰਨੀ ਦਵਾਈਆਂ ਲੈਣ ਦੇ ਨਾਲ ਤੁਹਾਡੇ ਦਿਮਾਗ 'ਤੇ ਅਸਰ ਹੁੰਦਾ ਹੀ ਹੈ। ਉਹਦੇ ਨਾਲ ਤੁਹਾਨੂੰ ਦਿਮਾਗੀ ਬਿਮਾਰੀਆਂ ਸਟਾਰਟ ਹੋ ਜਾਂਦੀਆਂ ਵੇ।
ਜੇ ਅਸੀਂ ਦੂਜੇ ਪਾਸੇ ਦੇਖੀਏ ਕਿ ਜਿਹੜੇ ਲੋਕਾਂ ਨੂੰ ਦਿਮਾਗੀ ਬਿਮਾਰੀ ਹੈਗੀ ਹੈ ਜੀ, ਉਹਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਝੁਕਾਅ ਹੈਗਾ ਵੇ ਉਹ ਨਸ਼ੇ ਲੈਣ ਦੇ ਵਿੱਚ ਵੱਧ ਜਾਂਦਾ ਵੇ। ਜੀ, ਕਿਉਂਕਿ ਜਦੋਂ ਉਹ ਦਵਾਈਆਂ ਕਾਫੀ ਅਰਸੇ ਲਈ ਲੈਂਦੇ ਵੇ ਉਹਨਾਂ ਨੂੰ ਲੱਗਦਾ ਕਿ ਬਹੁਤ ਫਰਕ ਨਹੀਂ ਪਿਆ, ਕੋਈ ਉਹਨਾਂ ਨੂੰ ਸਲਾਹ ਦੇ ਦਿੰਦਾ ਯਾਰ ਇੰਨੀ ਦਵਾਈਆਂ ਦੇ ਚੱਕਰ ਚੋਂ ਨਿਕਲੋ, ਜੀ, ਥੋੜਾ ਜਿਹਾ ਪੈਕ ਰਾਤੀ ਸੌਣ ਲੱਗਿਆਂ ਲੈ ਲਿਆ ਕਰੋ ਤੇ ਉਹਦੇ ਨਾਲ ਵਧੀਆ ਨੀਂਦ ਆਏਗੀ, ਮਨ ਖੁਸ਼ ਰਹੇਗਾ। ਨਸ਼ੇ ਵੱਲ ਲੱਗਣ ਦਾ ਇੱਕ ਕੋਈ step। ਉਹਨਾਂ ਨੂੰ ਸਲਾਹ ਦੇ ਦਿੰਦਾ ਵੇ ਯਾਰ ਇਹ ਕਿਹੜੇ ਚੱਕਰਾਂ 'ਚ ਪੈ ਗਏ ਹੋ, ਆ ਥੋੜਾ ਜਿਹਾ ਆ ਡਰੱਗ ਲੈ ਲਓ, ਇਹਦੇ ਨਾਲ ਤੁਹਾਡਾ ਮਨ ਰਿਲੈਕਸ ਰਹੇਗਾ, ਕੋਈ ਚਿੰਤਾ ਸਾਰੀਆਂ ਦੂਰ ਹੋ ਜਾਣਗੀਆਂ। ਸੋ ਇਹ ਦੋਨੋਂ ਪਾਸੇ ਵੇ ਨਸ਼ੇ ਲੈਣ ਵਾਲਾ ਵਿੱਚ ਦਿਮਾਗੀ ਬਿਮਾਰੀਆਂ ਜ਼ਿਆਦਾ ਦੇਖੀਆਂ ਗਈਆਂ ਨੇ ਤੇ ਜਿਹੜੇ ਦਿਮਾਗੀ ਬਿਮਾਰੀਆਂ ਵਾਲੇ ਮਰੀਜ਼ ਹੈ ਉਹਨਾਂ ਦੇ ਵਿੱਚ ਨਸ਼ਿਆਂ ਦਾ ਝੁਕਾਅ ਜ਼ਿਆਦਾ ਦੇਖਿਆ ਗਿਆ ਹੈਗਾ। ਜੀ, ਜੀ, ਬਾਕੀ ਇਹਦੇ ਨਾਲ ਨਾਲ ਜਿੱਦਾਂ ਤੁਸੀਂ ਕਿਹਾ ਕਿ ਅੱਜ ਦੀ ਜ਼ਿੰਦਗੀ ਦੇ ਵਿੱਚ ਸਟ੍ਰੈਸ ਤਣਾਅ ਇੰਨਾ ਜ਼ਿਆਦਾ ਵੇ, ਮਾਰੋ ਮਾਰ ਹੋਈ ਪਈ ਹੈ, ਹਰ ਬੰਦਾ ਸੋਚਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਅੱਗੇ ਨਿਕਲ ਜਾਵਾਂ। ਉਹ ਉਸੇ ਦੌੜ ਦੇ ਵਿੱਚ ਕੁਝ ਬੰਦੇ ਪਿੱਛੇ ਰਹਿ ਜਾਂਦੇ ਨੇ, ਕੁਝ ਬੰਦੇ ਇੰਨਾ ਕੰਮ ਕਰ ਲੈਂਦੇ ਨੇ ਕਿ ਉਹ ਥੱਕ ਜਾਂਦੇ ਨੇ। ਸੋ ਉਹਨਾਂ ਨੂੰ ਲੱਗਦਾ ਕਿ ਆਪਣੇ ਆਪ ਨੂੰ ਹੁਣ ਰਿਲੈਕਸ, ਜਿਹੜਾ ਤੇ ਬਹੁਤ ਕੰਮ ਕਰਕੇ ਥੱਕ ਗਿਆ ਉਹਨੂੰ ਲੱਗਦਾ ਸ਼ਾਇਦ ਮੈਂ ਰਿਲੈਕਸ ਕਿੱਦਾਂ ਕਰਾਂ। ਜਿਹੜਾ ਬੰਦਾ ਪਿੱਛੇ ਰਹਿ ਗਿਆ ਵੇ ਉਹਨੂੰ ਇੱਕ ਉਦਾਸੀ ਜੀ ਹੋ ਗਈ ਹੈ, ਯਾਰ ਸਾਰੇ ਮੇਰੇ ਤੋਂ ਅੱਗੇ ਨਿਕਲ ਗਏ ਵੇ, ਮੈਂ ਪਿੱਛੇ ਰਹਿ ਗਿਆ ਵਾਂ। ਸੋ ਉਹ ਉਸ ਡਿਪਰੈਸ਼ਨ 'ਚ ਜਾ ਕੇ ਉਹਨੂੰ ਲੱਗਦਾ ਵੇ ਕਿ ਮੈਂ ਨਸ਼ਿਆਂ ਦਾ ਸਹਾਰਾ ਲੈ ਲਵਾਂ। ਜਿਹੜਾ ਅੱਗੇ ਨਿਕਲ ਗਿਆ ਉਹਨੂੰ ਲੱਗਦਾ ਮੈਂ ਬਹੁਤ ਕੁਝ ਅਚੀਵ ਕਰ ਲਿਆ, ਹੁਣ ਤੇ ਮौज ਮਸਤੀ ਦਾ ਟਾਈਮ ਆਇਆ ਵੇ। ਤੋ ਹੋ ਸਕਦਾ ਵੇ ਕਿ ਉਹ ਵੀ ਬੰਦਾ ਕਹੇ ਯਾਰ ਚਲੋ ਹੁਣ ਮੈਂ ਮौज ਮਸਤੀ ਵਾਸਤੇ, ਕਿਉਂਕਿ ਬਹੁਤ ਸਾਰੇ ਬੰਦੇ ਮौज ਮਸਤੀ ਵਾਸਤੇ ਨਸ਼ਿਆਂ ਦਾ ਸ਼ੁਰੂਆਤ ਕਰਦੇ ਨੇ ਪਰ ਕਿਦੋਂ ਉਹਦੇ ਆਦੀ ਹੋ ਜਾਂਦੇ ਨੇ, ਕਿਦੋਂ ਨਸ਼ਈ ਬਣ ਜਾਂਦੇ ਵੇ ਉਹਨਾਂ ਨੂੰ ਨਹੀਂ ਪਤਾ ਲੱਗਦਾ। ਨਹੀਂ ਪਤਾ ਲੱਗਦਾ, ਬਿਲਕੁਲ ਜੀ। ਤੇ ਦੂਰਦਰਸ਼ਨ ਦਾ ਇਹੀ ਮੰਤਵ ਹੈ ਕਿ ਅਸੀਂ ਲੋਕਾਂ ਨੂੰ ਅਵੇਅਰ ਕਰੀਏ ਵੀ ਕਿਹੜੀ ਚੀਜ਼ ਸਾਡੇ ਲਈ ਖਤਰਨਾਕ ਹੈ ਤੇ ਕਿਹੜੀ ਸਾਡੇ ਭਲੇ ਲਈ ਹੈ। ਦੂਰਦਰਸ਼ਨ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ੇ ਲੈ ਕੇ ਆਉਂਦਾ ਹੈ। ਅੱਜ ਅਸੀਂ ਅੰਤਰਰਾਸ਼ਟਰੀ ਦਿਨ ਵੀ ਮਨਾ ਰਹੇ ਹਾਂ ਨਸ਼ੀਲੀਆਂ ਦਵਾਈਆਂ ਦੇ ਦੁਰਵਰਤੋਂ ਅਤੇ ਜਿਹੜਾ ਗੈਰ ਕਾਨੂੰਨੀ ਵਪਾਰ ਹੁੰਦਾ ਹੈ। ਹੁਣ ਇੱਥੇ ਗੱਲ ਇਹ ਉੱਠਦੀ ਹੈ, ਤੁਸੀਂ ਗੱਲ ਛੇੜੀ ਸੀ ਕਿ ਨੀਮ ਹਕੀਮ ਖਤਰਾਏ ਜਾਣ, ਹੈ ਨਾ। ਘਰ ਘਰ ਦੇ ਵਿੱਚ ਅੱਜ ਕੱਲ੍ਹ ਡਾਕਟਰ ਬੈਠੇ ਨੇ ਤੇ ਨਾਲ ਦੇ ਨਾਲ ਫਿਰ ਗੱਲ ਕੀ ਹੈ, ਜਦੋਂ ਐਸੇ ਡਾਕਟਰ ਆ ਜਾਣ ਤੇ ਦਵਾਈਆਂ ਸਾਡੇ ਘਰਾਂ ਦੇ ਵਿੱਚ ਆ ਜਾਂਦੀਆਂ ਨੇ। ਸੈਲਫ ਮੈਡੀਕੇਸ਼ਨ ਜਿਹੜੀਆਂ ਅਸੀਂ ਆਪੇ ਦਵਾਈਆਂ ਖਾਣੀਆਂ ਸ਼ੁਰੂ ਕਰ ਦਿੰਦੇ ਹਾਂ, ਜਾਂ ਬਿਨਾਂ ਘਰਾਂ ਦੇ ਵਿੱਚ ਜਿਹੜੇ ਦੁਕਾਨਾਂ ਖੋਲ੍ਹ ਕੇ ਬੈਠੇ ਨੇ ਡਾਕਟਰ ਉਹਨਾਂ ਕੋਲ ਚਲੇ ਜਾਂਦੇ ਹਾਂ, ਉਹ ਸਾਡੇ ਲਈ ਕਿੰਨੇ ਕੁ ਖਤਰਨਾਕ? ਦੇਖੋ ਜੀ, ਅੱਜ ਦੇ ਦਿਨ ਦੇ ਵਿੱਚ ਸਭ ਤੋਂ ਖਤਰਨਾਕ ਚੀਜ਼ ਮੈਂ ਇਹ ਕਹਿਣਾ ਹੈਗਾ, ਤੁਸੀਂ ਦੋਨੋਂ ਹੀ ਪੁਆਇੰਟ ਆਊਟ ਕਰਤੀਆਂ। ਇੱਕ ਹੈਗਾ ਨੀਮ ਹਕੀਮ, ਜਿਹੜੇ ਬੰਦੇ ਨੂੰ ਦਵਾਈ ਦੀ ਪੂਰੀ ਨੌਲੇਜ ਨਹੀਂ ਹੈਗੀ, ਉਹਦੇ ਕੋਲੋਂ ਦਵਾਈ ਦੇਣ ਦੀ ਉਹ ਡਿਗਰੀ ਨਹੀਂ ਹੈਗੀ ਤੇ ਉਹ ਤੁਹਾਨੂੰ ਇੰਨੀਆਂ ਸਖਤ ਇੰਨੀਆਂ ਹਾਈ ਲੈਵਲ ਦੀਆਂ ਦਵਾਈਆਂ ਦੇਈ ਜਾਂਦਾ ਵੇ, ਜਿਹੜਾ ਕਿ ਬੜਾ ਲਿਮਿਟਿਡ ਯੂਜ਼ ਹੈਗਾ ਵੇ, ਬਟ ਉਹ ਰਿਲਾਈਜ਼ ਨਹੀਂ ਕਰਦਾ ਕਿਉਂਕਿ ਇਹ ਦਵਾਈਆਂ ਇੰਨੀਆਂ ਪਾਵਰਫੁੱਲ ਹੈਗੀਆਂ ਵੇ ਕਿ ਇਹਨਾਂ ਦੇ ਲੈਣ ਦੇ ਨਾਲ ਤੁਹਾਡੇ ਮਨ ਦੀ ਸਥਿਤੀ ਸ਼ਾਂਤ ਹੋ ਜਾਂਦੀ ਹੈ, ਤੁਹਾਡੀ ਘਬਰਾਹਟ ਖਤਮ ਹੋ ਜਾਂਦੀ ਹੈ, ਡਿਪਰੈਸ਼ਨ ਸ਼ੁਰੂ ਵਿੱਚ ਦੂਰ ਹੋ ਜਾਂਦੀ ਹੈ ਬਟ ਟਾਈਮ ਦੇ ਨਾਲ ਵੱਧ ਜਾਂਦੀ ਹੈ, ਤੁਹਾਨੂੰ ਨੀਂਦ ਆ ਜਾਂਦੀ ਹੈ। ਲੇਕਿਨ ਜਿੱਦਾਂ ਅਸੀਂ ਲਈ ਜਾਂਦੇ ਹਾਂ, ਜੇ ਅਸੀਂ ਇੱਕ ਸਿਆਣੇ ਡਾਕਟਰ ਦੀ, ਮਾਹਰ ਡਾਕਟਰ ਦੀ ਸਲਾਹ ਨਹੀਂ ਲੈਂਦੇ, ਅਸੀਂ ਉਹ ਲਈ ਜਾਂਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਅਸੀਂ ਤੇ ਨਸ਼ਿਆਂ ਦੇ ਚੁੰਗਲ 'ਚ ਫਸ ਗਏ, ਅਸੀਂ ਤੇ ਫਾਇਦਾ ਲੈਣ ਦੀ ਬਜਾਏ ਸਾਡਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਸੋ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੀਆਂ ਇਹ ਦਵਾਈਆਂ ਵੇ, ਹਾਲਾਂਕਿ ਗਵਰਨਮੈਂਟ ਨੇ ਬਹੁਤ ਸਖਤੀ ਕੀਤੀ ਹੋਈ ਹੈ, ਤੁਹਾਨੂੰ ਪੂਰਾ ਰਿਕਾਰਡ ਮੇਨਟੇਨ ਕਰਨਾ ਪੈਂਦਾ ਹੈਗਾ ਵੇ ਕੁਝ ਦਵਾਈਆਂ ਦਾ। ਜਿਹੜੀਆਂ ਦਵਾਈਆਂ ਗਵਰਨਮੈਂਟ ਸੋਚਦੀ ਹੈ ਕਿ ਇਹਦਾ ਮਰੀਜ਼ ਆਦੀ ਹੋ ਸਕਦਾ ਵੇ, ਉਹ ਅੱਜ ਦੇ ਦਿਨ ਤੁਸੀਂ ਜਾਓਗੇ ਤੁਹਾਨੂੰ ਕੈਮਿਸਟ ਇੱਦਾਂ ਨਹੀਂ ਦੇ ਦੇਗਾ, ਤੁਸੀਂ ਕਹੋਗੇ ਵੀ ਇਹ 10 ਗੋਲੀਆਂ ਦੇ ਦਿਓ, ਕਹੇਗਾ ਜੀ ਪੈਸੇ ਦਿਓ ਤੇ ਇਹ ਲੈ ਲਓ। ਉਹਦਾ ਇੱਕ ਪੈਨ ਉਹ ਕਹੇਗਾ ਜੀ ਡਾਕਟਰ ਦੀ ਪਰਚੀ ਲੈ ਕੇ ਆਓ, ਫਿਰ ਉਹਦਾ ਰਿਕਾਰਡ ਉਹ ਮੇਨਟੇਨ ਕਰੇਗਾ, ਤੁਹਾਡਾ ਪੂਰਾ ਐਡਰੈਸ ਲੱਗੇਗਾ ਉਹਦੇ ਨਾਲ, ਕਿੰਨੀਆਂ ਗੋਲੀਆਂ ਦਿੱਤੀਆਂ ਵੇ ਉਹ ਪੂਰਾ ਚੜ੍ਹੇਗਾ। ਲੇਕਿਨ ਫਿਰ ਵੀ ਉਹਦੇ ਬਾਵਜੂਦ ਵੀ ਕਈ ਬੰਦੇ ਇਸ ਤਰ੍ਹਾਂ ਦੇ ਹੈਗੇ ਵੇ ਜਿਹੜੇ ਕਿ ਇਸ ਚੀਜ਼ ਨੂੰ ਫੋਲੋ ਨਹੀਂ ਕਰਦੇ ਹੈਗੇ। ਸੋ ਇਹ ਬਹੁਤ ਜ਼ਰੂਰੀ ਹੋ ਜਾਂਦਾ ਵੇ ਕਿ ਜਿਹੜੀਆਂ ਦਵਾਈਆਂ ਗਵਰਨਮੈਂਟ ਨੇ ਰਿਸਟ੍ਰਿਕਟ ਕੀਤੀਆਂ ਵੇ, ਜਿਹੜੀਆਂ ਦਵਾਈਆਂ ਸਿਰਫ ਇੱਕ ਐਕਸਪਰਟ ਹੀ ਦਵਾਈ ਦੇ ਸਕਦਾ ਹੈਗਾ ਵੇ। ਸੋ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ, ਮਰੀਜ਼ਾਂ ਨੂੰ ਵੀ ਕਹਾਂਗਾ ਕਿ ਇਹੋ ਜਿਹੀਆਂ ਦਵਾਈਆਂ ਐਕਸਪਰਟ ਬੰਦੇ ਦੀ, ਐਕਸਪਰਟ ਡਾਕਟਰ ਦੀ ਨਿਗਰਾਨੀ ਹੇਠਾਂ ਲਓ। ਜਿੰਨੀ ਦੇਰ ਵਾਸਤੇ ਡਾਕਟਰ ਤੁਹਾਨੂੰ ਦਵਾਈ ਦਿੰਦਾ ਹੋਵੇ ਉਨੀ ਦੇਰ ਵਾਸਤੇ ਲਓ। ਇਹ ਨਾ ਸੋਚੋ ਕਿ ਵੀ ਦਵਾਈ ਦਿੱਤੀ ਸੀ ਮੈਨੂੰ ਤੇ ਬਹੁਤ ਮਜ਼ਾ ਆਇਆ, ਹੁਣ ਡਾਕਟਰ ਕਹਿੰਦਾ ਦਵਾਈ ਘੱਟ ਕਰ ਦਈਏ, ਹੁਣ ਘੱਟ ਕਰੇਗਾ ਤੇ ਪਤਾ ਨਹੀਂ ਮੈਨੂੰ ਫਿਰ ਵਾਪਸ ਮੈਂ ਉਸ ਸਥਿਤੀ 'ਚ ਆ ਜਾਵਾਂਗਾ। ਉਹ ਕਹਿੰਦਾ ਯਾਰ ਕੋਸ਼ਿਸ਼ ਕਰੋ ਕਿ ਆਪੇ ਦਵਾਈ ਲਈ ਚੱਲੋ, ਜਾਂ ਜਾ ਕੇ ਮਰੀਜ਼ ਠੀਕ ਹੁੰਦਾ ਹੋਵੇ ਡਾਕਟਰ ਕੋਲ ਝੂਠ ਬੋਲ ਦਿੰਦਾ ਕਿ ਡਾਕਟਰ ਸਾਹਿਬ ਮੈਨੂੰ ਹਾਲੇ ਵੀ ਦਰਦਾਂ ਹੁੰਦੀਆਂ ਵੇ, ਹਾਲੇ ਵੀ ਤਕਲੀਫ ਹੈ ਜੀ, ਥੋੜ੍ਹੀ ਜਿਹੀ ਦਵਾਈ ਮੇਰੀ ਵੱਧ ਕਰ ਦਿਓ ਜੀ। ਸੋ ਹੁਣ ਡਾਕਟਰ ਵੀ
ਕੋਸ਼ਿਸ਼ ਕਰਦਾ ਹੋਵੇ ਕਿ ਉਹਦੇ ਨਾਲ ਇੰਟਰੈਕਟ ਕਰੇ, ਕਿ ਉਹਨੂੰ ਲੱਗਦਾ ਕਿ ਮਰੀਜ਼ ਤੇ ਠੀਕ ਲੱਗਦਾ, ਲੇਕਿਨ ਫਿਰ ਵੀ ਮਰੀਜ਼ ਦੀ ਗੱਲ ਤੇ ਵਿਸ਼ਵਾਸ ਕਰਨਾ ਪੈਂਦਾ ਵੇ। ਸਾਨੂੰ ਲੱਗਦਾ ਚਲੋ ਯਾਰ ਥੋੜੀ ਦੇਰ ਹੋਰ ਕੰਟੀਨਿਊ ਕਰ ਲਓ। ਜੀ ਜੀ ਜੀ। ਇਹ ਤੇ ਫਿਰ ਤੁਹਾਨੂੰ ਪੇਸ਼ੈਂਟ ਦੇਖ ਕੇ ਪਤਾ ਲੱਗਦਾ ਪੈਟਰਨ ਕਿ ਨਹੀਂ ਬਈ ਇਹ ਬੰਦਾ ਸੱਚ ਨਹੀਂ ਬੋਲਦਾ ਪਿਆ। ਜੀ ਬਿਲਕੁਲ। ਇਹ ਤੇ ਨਸ਼ੇ ਦੀ ਇਹ ਦਵਾਈ ਨੂੰ ਨਸ਼ਾ ਸਮਝ ਕੇ ਵਰਤਦਾ ਪਿਆ ਹੈਗਾ ਵੇ। ਜੀ ਜੀ। ਸੋ ਇੱਥੇ ਮਰੀਜ਼ ਦਾ ਨੁਕਸਾਨ ਹੋ ਜਾਂਦਾ ਵੇ। ਸੋ ਇਹ ਬਹੁਤ ਜ਼ਰੂਰੀ ਹੈਗਾ ਵੇ ਕਿ ਜਿਹੜੇ ਐਕਸਪਰਟ ਹੈਗੇ ਵੇ, ਜਿਹੜਾ ਦਿਮਾਗੀ ਬਿਮਾਰੀਆਂ ਦਾ ਐਕਸਪਰਟ ਹੈ ਜਾਂ ਨਸ਼ੇ ਛੁਡਾਉਣ ਦਾ ਐਕਸਪਰਟ ਹੈ, ਅਸੀਂ ਉਹਦੇ ਕੋਲ ਹੀ ਜਾਈਏ, ਉਹਦੀ ਨਿਗਰਾਨੀ ਹੇਠਾਂ ਹੀ ਜਿੰਨੀ ਦੇਰ ਉਹ ਕਹਿੰਦਾ ਹੈਗਾ ਵੇ ਅਸੀਂ ਉਨੀ ਦੇਰ ਵਾਸਤੇ ਦਵਾਈ ਦਈਏ, ਆਪਣੇ ਡਾਕਟਰ ਆਪ ਨਾ ਬਣੀਏ। ਸੋ ਇਹਦੇ ਵਿੱਚ ਬਹੁਤ ਜ਼ਿਆਦਾ ਰਿਸਕ ਹੈਗਾ ਵੇ, ਕਿਉਂਕਿ ਦਵਾਈਆਂ ਛੱਡਣ ਲੱਗਿਆ ਆਪਾਂ ਨੂੰ ਬਹੁਤ ਤਕਲੀਫ ਹੋਣੀ ਹੈ ਤੇ ਫਿਰ ਅਸੀਂ ਕਹਿਣਾ ਲਓ ਜੀ ਸਾਨੂੰ ਡਾਕਟਰ ਨੇ ਨਸ਼ਈ ਬਣਾ ਦਿੱਤਾ। ਜੀ ਬਿਲਕੁਲ। ਨਾਮ ਅਸੀਂ ਉਹਦਾ ਪਾ ਦੇਣਾ। ਬਿਲਕੁਲ। ਨਸ਼ੇ ਦੀ ਗੱਲ ਚੱਲ ਰਹੀ ਹੈ, ਜੇ ਕੋਈ ਬੰਦਾ ਨਸ਼ਾ ਕਰਦਾ ਹੈ ਨਾ, ਉਸ ਦੇ ਮਨ ਦੇ ਵਿੱਚ ਇੱਕ ਇਹ ਬੜਾ ਹੁੰਦਾ ਹੈ, ਜਾਂ ਉਹਨੂੰ ਕੌਨਫੀਡੈਂਸ ਕਹਿ ਲਓ ਜਾਂ ਓਵਰ ਕੌਨਫੀਡੈਂਸ ਕਹਿ ਦਿਓ ਵੀ ਮੈਂ ਆਪੇ ਹੀ ਛੱਡ ਦਾਂਗਾ। ਕੀ ਨਸ਼ੇ ਦਾ ਆਦੀ ਬੰਦਾ ਆਪੇ ਨਸ਼ਾ ਛੱਡ ਸਕਦਾ? ਹਾਂ, ਇਹ ਬਹੁਤ ਅੱਛਾ ਹੈ ਤੁਹਾਡਾ ਸਵਾਲ ਹੈ। ਬਹੁਤ ਸਾਰੇ ਬੰਦੇ ਸੋਚਦੇ ਜੀ ਅਸੀਂ ਤੇ ਰੋਜ਼ ਨਹੀਂ ਲੈਂਦੇ ਜੀ ਪੇਸ਼ੈਂਟ ਆਣਗੇ ਡਾਕਟਰ ਸਾਹਿਬ ਤੇ ਐਵੇਂ ਲੱਗਦਾ ਇਹਨਾਂ ਨੂੰ ਜੀ ਮੇਰੇ ਪੇਰੈਂਟਸ ਨੂੰ ਰੋਜ਼ ਲੈਂਦੇ ਆ, ਮੈਂ ਤੇ ਕਦੀ ਕਦੀ ਲੈਣਾ ਹੈਗਾ। ਮੈਂ ਉਹਨੂੰ ਪੁੱਛਦਾ ਕਦੀ ਕਦੀ ਦਾ ਕੀ ਮਤਲਬ ਹੋਇਆ? ਕਦੀ ਕਦੀ ਦਾ ਮਤਲਬ ਜਦੋਂ ਯਾਰ ਦੋਸਤ ਇਕੱਠੇ ਹੋਏ, ਯਾਰ ਦੋਸਤ ਕਿੰਨੇ ਵਾਰੀ ਇਕੱਠੇ ਹੁੰਦੇ ਹੋ? ਇੱਕ ਦੋ ਦਿਨ ਜੀ, 2 ਕੁ ਦਿਨ ਬਾਅਦ ਤੁਸੀਂ ਲਾ ਲਓ, ਤਾਂ ਮੈਂ ਹਫਤੇ 'ਚ 2-3 ਵਾਰੀ ਲੈਣਾ ਵਾ। ਠੀਕ ਹੈ ਜੀ। ਲੇਕਿਨ ਜੇ ਅਸੀਂ ਉਹਦੀ ਡੀਪ ਪ੍ਰੋਬ ਕਰਦੇ ਹਾਂ, ਅਸੀਂ ਦੇਖਦੇ ਹਾਂ ਹਫਤੇ 'ਚ 2-3 ਦਿਨ ਨਹੀਂ ਲੈਂਦਾ, ਹਫਤੇ 'ਚ 3-4-5 ਵਾਰੀ ਲੈਂਦਾ ਹੈ। ਸੋ ਇਹ ਜਿਹੜੇ ਆਮ ਤੌਰ 'ਤੇ ਇਹ ਨਸ਼ੇ ਵੇ, ਇਹਨਾਂ ਦੀ ਜਿਹੜੀ ਹਾਫ ਲਾਈਫ ਹੁੰਦੀ ਹੈ, ਜਿਹਨੂੰ ਕਹਿੰਦੇ ਆ ਕਿ ਕਿੰਨੀ ਦੇਰ ਵਾਸਤੇ ਆਪਣਾ ਅਸਰ ਦਿੰਦੇ ਵੇ, ਇਹ ਥੋੜੀ ਲੰਬੀ ਹੁੰਦੀ ਹੈ। 12 ਤੋਂ ਲੈ ਕੇ 24 ਘੰਟੇ, ਕਈ ਵਾਰੀ 36 ਘੰਟੇ ਤੱਕ ਵੀ ਅਸਰ ਦੇ ਦਿੰਦੇ ਵੇ। ਸੋ ਮਰੀਜ਼ ਕਹਿੰਦਾ ਜੀ ਮੈਂ ਤੇ ਕੱਲ ਰਾਤੀ ਲਈ ਸੀ, ਅੱਜ ਮੈਂ ਬਿਲਕੁਲ ਠੀਕ ਹਾਂ ਜੀ। ਇਹਨਾਂ ਨੂੰ ਐਵੇਂ ਲੱਗਦਾ ਮੈਂ ਤੇ ਮौज ਮਸਤੀ ਸ਼ੁਗਲ ਵਾਸਤੇ ਲੈਣਾ ਵਾ, ਜਦੋਂ ਮਰਜ਼ੀ ਬੰਦ ਕਰ ਸਕਦਾ ਵਾ। ਲੇਕਿਨ ਜਦੋਂ 24 ਘੰਟੇ ਬੀਤਣ ਤੇ ਆਂਦੇ ਵੇ, ਉਹਨੂੰ ਤਕਲੀਫਾਂ ਸ਼ੁਰੂ ਹੋ ਜਾਂਦੀਆਂ ਵੇ। ਉਹਨੂੰ ਘਬਰਾਹਟ, ਅੱਖਾਂ 'ਚੋਂ ਪਾਣੀ, ਨੱਕ 'ਚੋਂ ਪਾਣੀ, ਉਹਨੂੰ ਲੂਜ਼ ਮੋਸ਼ਨ, ਵੋਮਿਟਿੰਗ ਸ਼ੁਰੂ ਹੋ ਜਾਂਦੀਆਂ। ਉਹਨੂੰ ਫਿਰ ਲੱਗਦਾ ਯਾਰ ਮੈਂ ਲੈ ਲਵਾਂ, ਲੇਕਿਨ ਉਹ ਇਸ ਚੀਜ਼ ਨੂੰ ਮੰਨਣਾ ਨਹੀਂ ਚਾਹੁੰਦਾ, ਉਹ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ ਕਿ ਮੈਂ ਇਹਦਾ ਆਦੀ ਹੁੰਦਾ ਪਿਆ ਹੈਗਾ। ਸੋ ਇਹ ਮੈਂ ਦੱਸਣਾ ਚਾਹਾਂਗਾ ਕਿ ਨਸ਼ਾ, ਜਦੋਂ ਅਸੀਂ ਕਹਿਤਾ ਕਿ ਨਸ਼ੇ ਦੀ ਚੀਜ਼ ਲੈ ਰਹੇ ਹੋ ਤੁਸੀਂ, ਚਾਹੇ ਉਹ ਦਵਾਈ ਹੈ ਚਾਹੇ ਉਹ ਇਲੀਗਲ ਡਰੱਗ ਹੈਗੀ ਹੈ, ਇਹਦਾ ਮਤਲਬ ਹੈ ਕਿ ਅਸੀਂ ਆਲਮੋਸਟ ਉਹਨੂੰ ਡੇਲੀ ਲੈਣੇ ਪਏ ਆ। ਡੇਲੀ ਕਈ ਮਰੀਜ਼ 1 ਵਾਰੀ ਲੈਂਦੇ ਨੇ, ਕਈ 2 ਵਾਰੀ ਲੈਂਦੇ ਨੇ, ਕਈ 6 ਵਾਰੀ ਲੈਂਦੇ ਨੇ। ਹਰ ਇੱਕ ਦਾ ਬਾਡੀ ਪੈਟਰਨ ਹੈਗਾ ਵੇ, ਹਰ ਇੱਕ ਦਾ ਸਟਾਈਲ ਹੈਗਾ ਵੇ। ਲੇਕਿਨ ਜੇ ਉਹ ਰੋਜ਼ ਲੈਂਦਾ ਵੇ ਜਾਂ 24 ਘੰਟਿਆਂ 'ਚ 1 ਵਾਰੀ ਲੈਂਦਾ ਵੇ, ਜਾਂ ਜਦੋਂ ਉਹ ਨਹੀਂ ਲੈਂਦਾ, ਉਹਨੂੰ ਲੱਗਦਾ ਕਿ ਯਾਰ ਮੈਂ ਅੱਜ ਲਈ ਹੈ ਤੇ ਮੈਂ ਕੱਲ ਨਹੀਂ ਲੈਣੀ, ਉਹਦੇ ਸਰੀਰ ਨੂੰ ਤਕਲੀਫ ਹੁੰਦੀ ਹੈ, ਇਹਦਾ ਮਤਲਬ ਹੈ ਕਿ ਉਹਦੇ ਵਿੱਚ ਫਸਦਾ ਪਿਆ ਵੇ। ਲੇਕਿਨ ਜੇ ਉਹ ਨਹੀਂ ਮੰਨਦਾ ਤੇ ਫਿਰ ਬਦਕਿਸਮਤੀ ਹੈ। ਤੁਹਾਡੇ ਕੋਲ ਨੂੰ ਉਹ ਉਦੋਂ ਆਉਂਦਾ ਵੇ, ਘਰਦਿਆਂ ਨੂੰ ਵਿਚਾਰੀ ਜਾਂਦਾ ਵੇ, ਘਰਦਿਆਂ ਨੂੰ ਕਹਿੰਦਾ ਜੀ ਲਓ ਜੀ ਤੁਸੀਂ, ਤੁਹਾਨੂੰ ਐਵੇਂ ਕਰਦਾ ਮੈਂ ਅੱਜ ਤੋਂ ਬੰਦ ਕੀਤਾ ਜੀ, ਮੈਂ ਹੱਥ ਹੀ ਨਹੀਂ ਲਾਣਾ ਜੀ। ਮੈਂ ਜਦੋਂ ਲਿਆ ਸੀ, ਉਹ ਡਾਕਟਰ ਸਾਹਿਬ ਕਹਿੰਦਾ ਜੀ ਮੈਂ ਇਹਨਾਂ ਨੂੰ ਪ੍ਰੋਮਿਸ ਕੀਤਾ ਸੀ ਜੀ, ਮੈਂ 3 ਦਿਨ ਪਹਿਲਾਂ ਲਿਆ ਸੀ ਜੀ। ਮੈਂ ਉਸ ਤੋਂ ਬਾਅਦ ਲਿਆ ਨਹੀਂ ਜੀ। ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਆਪਣੇ ਆਪ ਹੀ ਹਾਵੀ ਕਰ ਬੈਠੇ। ਉਸ ਤੋਂ ਬਾਅਦ ਮੈਂ ਬਸ ਅੱਜ ਹੀ ਥੋੜਾ ਜਿਹਾ ਲਿਆ ਜੀ। ਜਾਂ ਉਹ ਕਹੇਗਾ ਜੀ ਤੁਸੀਂ ਇਹਨਾਂ ਨੂੰ ਬਾਹਰ ਭੇਜੋ, ਤੇ ਅਸੀਂ ਜਦੋਂ ਪੇਸ਼ੈਂਟ ਨਾਲ 1 to 1 ਗੱਲ ਕਰਦੇ ਹੈਗੇ ਆ, ਫਿਰ ਉਹ ਕਹਿੰਦਾ ਜੀ ਤੁਸੀਂ ਦੱਸਿਓ ਨਾ ਇਹਨਾਂ ਨੂੰ ਜੀ। ਮੈਂ ਜੀ ਤਕਰੀਬਨ ਰੋਜ਼ ਹੀ ਲੈਣਾ। ਡਾਕਟਰ ਸਾਹਿਬ ਇੱਥੇ ਇੱਕ ਗੱਲ ਹੋਰ ਜੁੜਦੀ ਹੈ, ਜਿਹੜੇ ਟ੍ਰੀਟਮੈਂਟ ਲੈ ਰਹੇ ਨੇ ਨਾ, ਉਹ ਕੀ ਹੁੰਦਾ ਹੈ, ਉਹ ਕਹਿੰਦੇ ਨੇ ਵੀ ਯਾਰ 3 ਮਹੀਨੇ ਦਵਾਈ ਖਾ ਲਈ, 4 ਮਹੀਨੇ ਦਵਾਈ ਖਾ ਲਈ, ਤੇ ਉੱਥੋਂ ਛੁੱਟੀ ਮਿਲ ਜਾਂਦੀ ਹਸਪੀਟਲ ਤੋਂ, ਡਾਕਟਰ ਕਹਿ ਦਿੰਦੇ ਵੀ ਇਹ ਫਿਟ ਐਂਡ ਫਾਈਨ ਹੋ ਗਿਆ, ਪਰ ਉਹ ਕਿਤੇ ਨਾ ਕਿਤੇ ਫਿਰ ਸਿੰਪਟਮ ਸ਼ੁਰੂ ਹੋ ਜਾਂਦੇ ਨੇ। ਉੱਥੇ ਐਸੇ ਕੇਸਿਸ ਆਉਂਦੇ ਹੋਣਗੇ? ਹਾਂ ਦੇਖੋ, ਇੱਕ ਜਿਸ ਤਰ੍ਹਾਂ ਹੁਣ ਗਵਰਨਮੈਂਟ ਦਾ ਪ੍ਰੋਜੈਕਟ ਹੈਗਾ ਜੀ ਸਾਰੇ ਪੰਜਾਬ ਦੇ ਵਿੱਚ, ਪੰਜਾਬ ਸਰਕਾਰ ਦਾ, ਕਿ ਇੱਕ ਜੀਭ ਥੱਲੇ ਰੱਖਣ ਵਾਲੀ ਗੋਲੀ ਇੱਕ ਹੈਗੀ ਹੈ ਜਿਹੜੀ ਕਿ ਇੰਟਰਨੈਸ਼ਨਲੀ ਮੰਨੀ ਜਾਂਦੀ ਹੈ ਨਸ਼ੇ ਦਾ ਇਲਾਜ ਵਾਸਤੇ। ਅੱਛਾ ਜੀ। ਸੋ ਬਹੁਤ ਅੱਛਾ ਕੰਮ ਕਰ ਰਹੀ ਹੈ ਗਵਰਨਮੈਂਟ। ਉਹਦੇ ਵਿੱਚ ਜਿਹੜੇ ਅਡਿਕਟਸ ਹੈਗੇ ਵੇ ਹੈਰੋਇਨ ਦੇ, ਅਫੀਮ ਦੇ, ਉਹਨਾਂ ਨੂੰ ਉਹ ਦਵਾਈ ਕੁਛ ਅਰਸੇ ਵਾਸਤੇ, ਜਾਂ ਜਿਹੜੇ ਪ੍ਰਾਈਵੇਟ ਡਾਕਟਰ ਵੀ ਦਿੰਦੇ ਹੈਗੇ ਵੇ, ਉਹ ਰਿਕਾਰਡ ਮੇਨਟੇਨ ਕਰਕੇ, ਹਿਸਟਰੀ ਲੈ ਕੇ, ਉਹਦੇ ਵਿੱਚ ਇੱਕ ਸਿਸਟਮ ਹੈਗਾ ਵੇ ਕਿ ਪਹਿਲਾਂ ਅਸੀਂ 3 ਦਿਨ ਲਈ ਦੇਣੀ ਹੈ, 4 ਦਿਨ ਲਈ, ਹਫਤੇ ਵਾਸਤੇ, 10 ਦਿਨ ਵਾਸਤੇ ਅਸੀਂ ਦੇਣੇ ਆ। ਉਹ ਬੜੀ ਅੱਛੀ ਦਵਾਈ ਹੈ, ਲੇਕਿਨ ਪ੍ਰੋਬਲਮ ਕੀ ਹੈ ਕਿ ਜੇ ਅਸੀਂ ਉਹਨੂੰ ਲਗਾਤਾਰ ਖਾਈ ਜਾਵਾਂਗੇ,
ਅਸੀਂ ਠੀਕ ਹੈਗੇ ਆ, ਡਾਕਟਰ ਕੋਲ ਆਉਂਦੇ ਹਾਂ, ਅਸੀਂ ਕਹਿ ਦਿੰਦੇ ਹਾਂ ਸਾਨੂੰ ਬੜੀ ਤਕਲੀਫ ਹੁੰਦੀ ਹੈ ਜੀ, ਮੈਂ ਹੁਣ ਗੋਲੀ ਖਾ ਕੇ ਆਇਆ ਤਾਂ ਠੀਕ ਲੱਗਦਾ ਪਿਆ ਵਾ, ਅਦਰਵਾਈਜ਼ ਮੈਨੂੰ ਨੀਂਦ ਨਹੀਂ ਆਈ, ਉਹ ਨਹੀਂ ਆਈ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਲੰਬਾ ਖਾਈ ਜਾਈਏ, ਜਿਹੜੀ ਕਿ ਫਿਰ ਅਸੀਂ ਉਸ ਚੀਜ਼ ਦੇ ਆਦੀ ਹੋ ਜਾਂਦੇ ਹਾਂ, ਫਿਰ ਉਹਨੂੰ ਛੱਡਣਾ ਔਖਾ ਹੋ ਜਾਂਦਾ ਵੇ। ਸੈਕਿੰਡ ਹੈ, ਤੁਸੀਂ ਤੁਹਾਡਾ ਸਵਾਲ ਹੈ ਕਿ ਜਿਹੜੇ ਦੁਬਾਰਾ ਸ਼ੁਰੂ ਕਰ ਦਿੰਦੇ ਨੇ। ਸਾਡੇ ਕੋਲ ਮਰੀਜ਼ ਆਇਆ, ਸਾਡੇ ਹਸਪਤਾਲ 'ਚ ਆਇਆ, ਡੀ ਐਡਿਕਸ਼ਨ ਕਰਾਉਣ ਆਇਆ, ਨਸ਼ੇ ਦਾ ਇਲਾਜ ਕਰਾਉਣ ਆਇਆ, ਅਸੀਂ ਉਹਨੂੰ 5 ਤੋਂ ਲੈ ਕੇ 7-8 ਦਿਨ ਵਾਸਤੇ ਰੱਖਿਆ। ਪੇਸ਼ੈਂਟ ਬਿਲਕੁਲ ਠੀਕ ਹੋ ਗਿਆ, ਨਸ਼ੇ ਤੋਂ ਮੁਕਤ ਹੋ ਗਿਆ, ਅਸੀਂ ਉਹਨੂੰ ਕਹਿ ਦਿੱਤਾ ਛੁੱਟੀ ਕਰਤੀ। ਪੇਸ਼ੈਂਟ ਬੜਾ ਖੁਸ਼ ਹੈ, ਮਰੀਜ਼ ਬੜਾ ਖੁਸ਼ ਹੈ, ਘਰ ਦੇ ਬੜੇ ਖੁਸ਼ ਨੇ। ਪ੍ਰੋਪਰ ਟ੍ਰੀਟਮੈਂਟ ਤੇ ਕਿਸੇ ਢੰਗ ਨਾਲ ਹੋ ਗਿਆ ਸੀ, ਦੇਣਾ ਪੈਂਦਾ। 15-20 ਦਿਨ ਬਾਅਦ ਪਤਾ ਲੱਗਿਆ ਘਰਦਿਆਂ ਨੂੰ, ਇਹਨੇ ਤੇ ਵਾਪਸ ਸ਼ੁਰੂ ਕਰ ਦਿੱਤਾ। ਸੋ ਇਹ ਬਹੁਤ ਜ਼ਰੂਰੀ ਹੈ ਕਿ ਜਿਹਦਾ ਅਸੀਂ ਇਲਾਜ ਕਰਦੇ ਹਾਂ, ਅਸੀਂ ਯਕੀਨੀ ਬਣਾਈਏ ਕਿ ਇਲਾਜ ਤੋਂ ਬਾਅਦ ਉਹ ਦੁਬਾਰਾ ਸ਼ੁਰੂ ਨਾ ਹੋ ਸਕੇ। ਇਸੇ ਉਹਦੇ ਵਾਸਤੇ ਵੀ ਸਾਡੇ ਕੋਲ ਇਲਾਜ ਹੈ ਕਿ ਪੇਸ਼ੈਂਟ ਨਸ਼ਾ ਛੱਡ ਕੇ ਹੁਣ ਦੁਬਾਰਾ ਸ਼ੁਰੂ ਕਰੇ। ਜੀ ਡਾਕਟਰ ਸਾਹਿਬ, ਤੇ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਕੀਮਤੀ ਸਮਾਂ ਕੱਢ ਕੇ ਆਏ, ਸਾਨੂੰ ਸਮਾਂ ਨਹੀਂ ਇਜਾਜ਼ਤ ਦੇ ਰਿਹਾ ਕਿ ਅਸੀਂ ਇਸ ਟੌਪਿਕ ਨੂੰ ਹੋਰ ਅੱਗੇ ਵਧਾ ਸਕੀਏ। ਤੁਸੀਂ ਸਟੂਡੀਓ ਵਿੱਚ ਆਏ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ।